पंजाब सरकार च विधायक प्रगट सिंह हुण मंत्री बन चुके आलमोस्ट लगभग तय हैगा कि पंजाब सरकार च होण वाले मंत्री होणगे। इस बारे मैं इस समय प्रगट सिंह के सरकारी घर दे विच जिथे तमाम जिहड़े उन्हां दे समर्थक हैगे ने पहुंचे हुए ने। लगातार हार दे नाल जिहड़े हैगे ने बुक्के दे नाल फुल्लां दे नाल या फिर मिठाई दे डब्बियां दे नाल उन्हां दा स्वागत किया जा रहा। तमाम जिहड़ियां तस्वीरां मैं कैमरामैन नूं कहूँगा दिखाउण साडे नाल प्रगट सिंह जी ने। प्रगट सिंह जी सब तो पहला ਵਧਾਈ ਤੁਹਾਨੂੰ। पंजाब सरकार च मंत्री बन चुके हैं, शपथ लैन जा रहे हो, सਹੁੰ चुकन जा रहे हो। नहीं देखो ऑफिशियल अनाउंसमेंट तो हजे बाकी है, लेकिन ये है कि जी 4:30 बजे जी शपथ होनी है। ਤੇ ਹੁਣ ਵਧਾਈਆਂ ਤਾਂ ਦੇਖ ਕੇ ਤਾਂ ਲੱਗਦਾ ਹੀ ਹੈ ਕਿ ਮੰਤਰੀ ਤੁਸੀਂ ਬਣ ਕੇ ਲਗਭਗ ਤਾਂ ਹੀ ਹੈਗੀ ਇਹ ਚੀਜ਼ਾਂ। देखो ये तो वैसे भी असी कट्ठे कुट्ठे हो जाइदा, कोई ਇਹੋ ਜਿਹੀ ਗੱਲ नहीं। ਮੰਤਰੀ ਸਾਹਿਬ ਤੁਸੀਂ ਫੇਰ ਉਹੀ ਰਾਜਨੀਤਿਕ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਹੁਣ ਇਹ ਲਗਭਗ ਤਾਂ ਹੈਗਾ ਤੁਹਾਡੇ ਸਮਰਥਕਾਂ ਦੇ ਤੁਹਾਡੇ ਚਿਹਰੇ ਦੱਸਦੇ ਪਏ ਨੇ ਕਿ ਤੁਸੀਂ ਮੰਤਰੀ ਬਣ ਚੁੱਕੇ। ਚਲੋ ਇਦਾਂ ਦੀ ਗੱਲ ਤਾਂ ਹੈ, ਬਟ ਜਿੰਨਾ ਚਿਰ ਆਫੀਸ਼ੀਅਲ ਨਹੀਂ ਹੋ ਜਾਂਦਾ ਦੇਖੋ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਕਈ ਚੀਜ਼ਾਂ ਬੜੀਆਂ ਦੂਰ ਲੱਗਦੀਆਂ ਹੁੰਦੀਆਂ ਪਰ ਕਈ ਵਾਰੀ ਬੜੀਆਂ ਨੇੜੇ ਲੱਗਦੀਆਂ ਹੁੰਦੀਆਂ। ਕਈ ਵਾਰੀ ਨੇੜੇ ਹੁੰਦੀਆਂ ਦੂਰ ਵੀ ਹੋ ਜਾਂਦੀਆਂ। ਕੋਈ ਇਸ ਤਰੀਕੇ ਦੇ ਹਾਲਾਤ ਵੀ ਬਣੇ ਕਿਉਂਕਿ ਬੀਤੀ ਰਾਤ ਤੋਂ ਲਗਾਤਾਰ ਜੋ ਮੀਟਿੰਗ ਦੁਬਾਰਾ ਚੱਲ ਰਹੀਆਂ। ਇੱਕ ਮੰਤਰੀ ਦਾ ਕਹਿੰਦੇ ਕਿ ਪੱਤਾ ਕੱਟਣ ਦੀ ਤਿਆਰੀ ਹੈ, ਇੱਕ ਐਮਐਲਏ ਦੀ ਐਂਟਰੀ ਹੋਣ ਜਾ ਰਹੀ ਹੈ। ਇਸ ਤਰੀਕੇ ਦੀਆਂ ਮੀਟਿੰਗਾਂ ਵੀ ਲਗਾਤਾਰ ਚੱਲ ਰਹੀਆਂ। ਦੇਖੋ ਇਹ ਇੰਟਰਨਲ ਡੈਮੋਕ੍ਰੇਸੀ ਮੈਂ ਤੈਨੂੰ ਕਹੂੰਗਾ, ਤੁਸੀਂ ਇਹਨੂੰ ਕਹੋਗੇ ਵੀ ਇਹ ਦੋ ਫਾੜ ਹੋ ਗਈ ਆ, ਪਰ ਮੈਨੂੰ ਐ ਨਹੀਂ ਲੱਗਦਾ। ਦੇਖੋ ਗੱਲ ਇਹ ਆ ਕਿ ਸਾਨੂੰ ਗੱਲ ਤਾਂ ਇੰਟਰਨਲ ਡੈਮੋਕ੍ਰੇਸੀ ਦੀ ਕਰਨ ਦਾ ਹਰ ਨੂੰ ਅਧਿਕਾਰ ਤਾਂ ਹੈਗਾ ਹੀ ਆ। ਤੁਸੀਂ ਹੁਣ ਮੰਤਰੀ ਬਣ ਜਾ ਰਹੇ ਹੋ, ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦੇ ਆ ਕਿ ਕਰਨ ਵਾਲੇ ਹੈਗੇ ਆ ਪੰਜਾਬ 'ਚ? ਹਾਲਾਂਕਿ ਤੁਸੀਂ ਬਹੁਤ ਸਾਰੇ ਮੁੱਦੇ ਵਿਧਾਨ ਸਭਾ 'ਚ ਖੇਡ ਮੰਤਰਾਲੇ ਚੱਕਦੇ ਰਹੇ। ਇਸ਼ੂਜ਼ ਹੈਗੇ ਆ ਜਿਹੜੇ ਮੈਂ ਚਿੱਠੀਆਂ ਵੀ ਲਿਖਦਾ ਰਿਹਾ ਹੈਗਾ, ਮੈਂ ਕਦੀ ਉਹਨਾਂ ਨੂੰ ਵਿਸਾਰਦਾ ਨਹੀਂ ਹੈਗਾ। ਮੈਂ ਉਹਨਾਂ ਨੂੰ ਬਿਲਕੁਲ ਖੜੇ ਰੱਖਦਾ ਹੁਣ ਵੀ ਜਿਹੜੇ ਹੋਣ ਵਾਲੇ ਹੋਣਗੇ, ਕਿਉਂਕਿ ਕਈ ਚੀਜ਼ਾਂ ਲੀਗਲ ਹੈਗੀਆਂ। ਕਿਉਂਕਿ ਜਿਹੜਾ ਸਾਡਾ ਬੇਅਦਬੀਆਂ ਦਾ ਇਸ਼ੂ ਆ ਉਹ ਲੀਗਲ ਇੰਟੈਂਗਲਡ ਦੇ ਵਿੱਚ ਕਾਫੀ ਜਿਹੜਾ ਹੈਗਾ ਉਲਝਿਆ ਹੋਇਆ ਆ। ਔਰ ਬਿਜਲੀ ਦਾ ਵੀ ਹੈਗਾ, ਕਿਉਂਕਿ ਜਿੰਨੇ ਐਕਸਪਰਟਸ ਹੈਗੇ ਆ, ਬਿਊਰੋਕਰੈਟਸ ਹੈਗੇ ਆ, ਟੈਕਨੋਕਰੈਟਸ ਹੈਗੇ ਆ, ਉਹਨਾਂ ਸਭ ਦੀ ਸਲਾਹ ਲੈ ਕੇ ਤੇ ਜੋ ਬੈਸਟ ਪੋਸੀਬਲ ਉਸ ਸਮੇਂ ਦੇ ਉਸ ਸਿਚੁਏਸ਼ਨ ਦੇ ਵਿੱਚ ਡਿਸੀਜਨ ਹੈ ਉਹ ਲਵਾਂਗੇ। ਤੁਸੀਂ ਹੁਣ ਮੰਤਰੀ ਬਣ ਜਾ ਰਹੇ ਹੋ, ਤੁਹਾਡੀ ਪਾਵਰ ਹੁਣ ਅੱਗੇ ਨਾਲੋਂ ਵਧਣ ਜਾ ਰਹੀ ਹੈ ਕਿਉਂਕਿ ਵਿਧਾਇਕ ਨਾਲੋਂ ਜ਼ਿਆਦਾ ਪਾਵਰ ਮੰਤਰੀ ਦੀ ਹੁੰਦੀ ਆ। ਤੁਸੀਂ ਏਜੀ ਵੀ ਚੁਣਨਾ, ਹਲੇ ਸਰਕਾਰ ਨੇ ਏਜੀ ਚੁਣਨਾ, ਤੁਸੀਂ ਐਸੇ ਏਜੀ ਨੂੰ ਚੁਣਨਾ ਚਾਹੋਗੇ? ਸਲਾਹ ਦਿਓਗੇ ਕਿ ਐਸਾ ਏਜੀ ਚੁਣਿਓ ਕਿ ਬੇਅਦਬੀਆਂ ਦਾ ਮਸਲਾ ਜੋ ਕੋਰਟਾਂ ਦੇ ਵਿੱਚ ਉਲਝਿਆ ਹੋਇਆ, ਨਸ਼ੇ ਦਾ ਮਸਲਾ ਜੋ ਕੋਰਟਾਂ 'ਚ ਉਲਝਿਆ ਹੋਇਆ, ਬਿਜਲੀ ਸਮਝੌਤਿਆਂ ਦਾ ਮਸਲਾ ਉਲਝਿਆ ਹੋਇਆ, ਇਹਨਾਂ ਨੂੰ ਹੱਲ ਕਰਾ ਸਕੇ। ਜੋ ਬੈਸਟ ਬ੍ਰੇਨਸ ਆ ਸਾਨੂੰ ਲੈਣੇ ਚਾਹੀਦੇ ਆ, ਕਿਉਂਕਿ ਦੇਖੋ ਹਰ ਫੀਲਡ ਦਾ ਇੱਕ ਬੈਸਟ ਬ੍ਰੇਨਸ ਹੁੰਦੇ ਹੈਗੇ ਆ। ਮੈਨੂੰ ਲੱਗਦਾ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕੌਣ ਕਿੱਥੇ ਕਿਉਂ ਕਿੱਦਾਂ, ਸਾਨੂੰ ਤਾਂ ਬੈਸਟ ਬ੍ਰੇਨਸ ਲੈ ਕੇ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸੇ ਘਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ, ਬਹੁਤ ਸਾਰੀਆਂ ਮੀਟਿੰਗਾਂ। ਜਦੋਂ ਤੱਕ ਚੰਨੀ ਸੀਐਮ ਨਹੀਂ ਬਣੇ ਸੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ, ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ। ਡਿਸਕਸ਼ਨ ਕੀ ਹੁੰਦੀ ਹੈ ਇਸ ਮੀਟਿੰਗਾਂ ਦੇ ਵਿੱਚ ਕਿ ਮੁੱਦੇ ਹੱਲ ਕਰਨਾ? ਇੱਕ ਬਹੁਤ ਪ੍ਰੈਸ਼ਰ ਹੈ ਇਸ ਸਮੇਂ ਤੁਹਾਡੇ ਉੱਤੇ, ਬਹੁਤ ਪ੍ਰੈਸ਼ਰ। ਜਿਹੜਾ ਪ੍ਰੈਸ਼ਰ 3 ਮਹੀਨਾ ਪਹਿਲਾਂ ਸੀਐਮ ਤੇ ਸੀਗਾ ਕੈਪਟਨ ਅਮਰਿੰਦਰ ਸਿੰਘ, ਉਹ ਪ੍ਰੈਸ਼ਰ ਨਹੀਂ ਹੈ। ਨੀਤ ਸਾਫ਼ ਹੋਣੀ ਚਾਹੀਦੀ ਆ, ਕਲੈਰਿਟੀ ਹੋਣੀ ਚਾਹੀਦੀ ਆ, ਠੀਕ ਆ, ਔਰ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਆ, ਔਰ ਇਹ ਹੈਗੀਆਂ। ਤੁਹਾਨੂੰ ਲੱਗਦਾ ਕਿ ਵਿਜ਼ਨਰੀ ਫਾਈਨਲੀ ਸੀਐਮ ਮਿਲ ਚੁੱਕਿਆ ਪੰਜਾਬ ਨੂੰ? ਐਸਾ ਵਿਜ਼ਨਰੀ ਸੀਐਮ ਮਿਲ ਚੁੱਕਿਆ ਜਿਹੜਾ ਹੱਲ ਕਰ ਦੇਗਾ ਮਸਲਾ? ਦੇਖੋ ਗੱਲ ਇਹ ਹੈ ਕਿ ਕਈ ਚੀਜ਼ਾਂ ਤੁਸੀਂ ਜ਼ਿੰਦਗੀ 'ਚ ਹਮੇਸ਼ਾ ਸਿੱਖਦੇ ਰਹਿੰਦੇ ਹੋ। ਦੇਖੋ ਸਾਡੇ ਚੰਨੀ ਜੀ ਜਿਹੜੇ ਮੰਤਰੀ ਚੀਫ ਮਿਨਿਸਟਰ ਬਣੇ ਹੈਗੇ ਆ, ਬੇਸਿਕਲੀ ਉਹਨਾਂ ਦਾ ਵੀ ਇਨੀਸ਼ੀਅਲ ਸਟੇਜ ਹੈਗਾ, ਬਹੁਤੀਆਂ ਇਨੀਸ਼ੀਅਲ ਸਟੇਜ ਹੈਗਾ। ਕਈ ਵਾਰੀ ਗਲਤੀਆਂ ਵੀ ਹੋਣਗੀਆਂ ਪਰ ਨੀਅਤ ਬੜੀ ਸਾਫ਼ ਹੈ। ਨੀਅਤ ਉਹਨਾਂ ਦੀ ਸਾਫ਼ ਹੈ, ਮੁੱਖ ਮੁੱਦੇ ਜਿਹੜੇ ਉਹ ਹੱਲ ਕੀਤੇ ਜਾਣ। ਡੈਫੀਨੇਟਲੀ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਮੰਤਰੀ ਸਾਹਿਬ ਜਿਹੜੇ ਕੁਝ ਨਾਵਾਂ ਤੇ ਲਗਾਤਾਰ ਵਿਰੋਧ ਦਿਖ ਰਿਹਾ, ਰਾਣਾ ਗੁਰਜੀਤ ਤੇ ਵਿਰੋਧ ਦਿਖ ਰਿਹਾ, ਕੁਝ ਵਿਧਾਇਕ ਨੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਨਾਮ ਨਹੀਂ ਹੋਣਾ ਚਾਹੀਦਾ। ਆਲਰੇਡੀ ਕਰਪਸ਼ਨ ਦੇ ਆਰੋਪ ਉਹਨਾਂ ਤੇ ਲੱਗੇ ਨੇ, ਕਰਪਸ਼ਨ ਕਰਕੇ ਉਹਨਾਂ ਨੂੰ ਮਹਿਕਮਾ ਛੱਡਣਾ ਪਿਆ ਸੀਗਾ, ਬਿਜਲੀ ਮੰਤਰਾਲਾ। ਕੁਝ ਇਹ ਵਿਧਾਇਕ ਅਵਸਾਦ ਚੁੱਕ ਰਹੇ। ਸੁਖਪਾਲ ਖਹਿਰਾ ਤਾਂ ਪਟਿਆਲੇ। ਦੇਖੋ ਇੰਟਰਨਲ ਡੈਮੋਕ੍ਰੇਸੀ ਆ ਔਰ ਇਹਦੇ ਵਿੱਚ ਮੈਨੂੰ ਲੱਗਦਾ ਦੇਖੋ ਬੀਜੇਪੀ ਦੇ ਵਿੱਚ ਤਾਂ ਇਹ ਹੋ ਨਹੀਂ ਸਕਦਾ। ਅਮਿਤ ਸ਼ਾਹ ਔਰ ਮੋਦੀ ਜੀ ਦੇ ਅਗੇਂਸਟ ਕੋਈ ਬੀਜੇਪੀ ਦਾ ਲੀਡਰ ਇਹ ਗੱਲ ਕਹਿ ਸਕਦਾ? ਤਾਨਾਸ਼ਾਹੀ ਚੱਲਦੀ ਕਿਉਂ ਨਹੀਂ ਚੱਲਦੀ? ਅੱਧਾ ਦੇਸ਼ ਵੇਚ ਦਿੱਤਾ, ਅੱਧਾ ਅੰਬਾਨੀਆਂ ਤੇ ਅਡਾਨੀਆਂ ਨੂੰ ਦਿੱਤਾ। ਸੋ ਉਹਦੇ ਬਾਵਜੂਦ ਵੀ ਮੈਨੂੰ ਲੱਗਦਾ ਵੀ ਕਿਤੇ ਜਿਹੜੀ ਕਿਸੇ ਦੀ ਕਹਿਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਇਹ ਕਾਂਗਰਸ ਪਾਰਟੀ ਆ ਜਿਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ, ਮੈਂ ਹਮੇਸ਼ਾ ਦੇਖੋ ਮੈਂ ਸਰਕਾਰ ਦੇ ਵਿੱਚ ਹੁੰਦਾ ਹੋਇਆ ਲੜਿਆ ਨਾ, ਕਿਉਂਕਿ ਕਈ ਵਾਰੀ ਤੁਹਾਨੂੰ ਵੀ ਅਚੰਭਾ ਹੁੰਦਾ ਸੀ ਵੀ ਇਹ ਗੱਲਾਂ ਕਿੱਦਾਂ ਦੀਆਂ ਕਰਦਾ, ਲੇਕਿਨ ਉਹਦੇ ਨਾਲ ਕਰੈਕਸ਼ਨਸ ਹੋਈਆਂ ਨਾ, ਔਰ ਉਹਦੇ ਨਾਲ ਕਰੈਕਸ਼ਨਸ ਹੋਈਆਂ। ਮੈਨੂੰ ਲੱਗਦਾ ਜਿਹੜੀ ਗੱਲ ਮੰਨ ਲਓ ਸਪੋਜ਼ ਜ਼ਿੰਦਗੀ ਦੇ ਵਿੱਚ ਮੈਂ ਵੀ ਕੋਈ ਕੰਮ ਕਰਦਾ, ਗਲਤੀ ਹੋ ਜਾਂਦੀ ਆ, ਗਲਤੀ ਹੋ ਕੇ ਜੇ ਮੈਨੂੰ ਕੋਈ ਦੱਸੂਗਾ ਹੀ ਨਹੀਂ ਫਿਰ ਉਹਦੀ ਕਰੈਕਸ਼ਨ ਕਿੱਦਾਂ ਹੋ?
ਪਹਿਲਾਂ ਜੋ ਸੀਐਮ ਸੀ ਗਲਤੀਆਂ ਸੁਧਾਰੀਆਂ ਨੇ ਗਈਆਂ, ਕਿਤੇ ਨਾ ਕਿਤੇ ਏਜੀ ਦੇ ਲਗਾਤਾਰ ਨਾਕਾਮੀਆਂ ਸਾਹਮਣੇ ਆ ਰਹੀਆਂ ਸੀ। ਐਡਵੋਕੇਟ ਜਨਰਲ ਹੱਲ ਨਹੀਂ ਕਰ ਪਾ ਰਹੇ ਸੀ, ਬੜੇ ਵੱਡੇ ਮੁੱਦੇ, ਬੜੇ ਕੇਸ ਆ। ਦੇਖੋ ਮੈਂ ਬਹੁਤਾ ਨਹੀਂ ਕੁਝ ਕਹਿਣਾ ਚਾਹੁੰਦਾ, ਬਟ ਜੋ ਕਹਿਤਾ ਬਹੁਤ ਕਹਿਤਾ। ਸੁਖਬੀਰ ਬਾਦਲ ਆਰੋਪ ਲਾ ਰਹੇ ਨੇ, ਇੱਕ ਉਹ ਕਹਿੰਦੇ ਜੀ ਪੋਲੀਟੀਕਲ ਵੈਂਡੇਟਾ ਕੀਤਾ ਜਾ ਰਿਹਾ, ਅਫਸਰਾਂ ਨੂੰ ਚੋਣ ਦੇ ਸਮੇਂ ਪਹਿਲਾਂ ਕਿਹਾ ਜਾ ਰਿਹਾ ਕਿ ਬਾਦਲਾਂ ਨੂੰ ਅੰਦਰ ਦਿਓਗੇ ਜਾਂ ਨਹੀਂ ਦਿਓਗੇ, ਇਸ ਤਰ੍ਹਾਂ। ਮੈਂ ਕਦੀ ਵੀ ਇਦਾਂ ਦੀ ਰਾਜਨੀਤੀ ਕਰਨ ਦੀ ਹੱਕ 'ਚ ਨਹੀਂ ਹੈ, ਨਾ ਮੈਂ ਕਦੀ ਇਦਾਂ ਦਾ ਸੋਚਿਆ ਹੀ ਆ। ਜੋ ਠੀਕ ਹੈਗਾ ਉਹ ਠੀਕ ਹੈਗਾ, ਜਿਹਨੇ ਕੋਈ ਗਲਤ ਕੀਤਾ ਉਹ ਉੱਦਾਂ ਸੋਚੇ, ਪਰ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਸ ਤਰ੍ਹਾਂ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਕੋਈ ਵੈਂਡੇਟਾ ਕਰਨਾ। ਧੰਨਵਾਦ ਜੀ। ਬੈਸਟ ਵਿਸ਼ੇਸ। ਇਹਨੇ ਸੰਭਾਵਿਤ ਜਿਹੜੇ ਮੰਤਰੀ ਨੇ ਪੰਜਾਬ ਦੇ, ਉਹਨਾਂ ਦੇ ਘਰੇ ਤਾਂਤਾ ਲੱਗਿਆ ਹੋਇਆ, ਲਗਾਤਾਰ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਨੇ। ਮੈਡਮ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ, ਬਹੁਤ ਵਧਾਈਆਂ। ਮੰਤਰੀ ਬਣ ਜਾ ਰਹੇ ਆ, 4:30 ਵਜੇ ਉਹ ਸਹੁੰ ਚੱਕ ਰਹੇ ਆ, ਤਾਂ ਕਿਵੇਂ ਫੀਲ ਹੋ ਰਿਹਾ, ਕਿ ਮਹਿਸੂਸ ਕਿਵੇਂ ਹੋ ਰਿਹਾ ਘਰੇ ਮੰਤਰੀ ਮੰਡਲ ਦੇ ਵਿੱਚ ਇੱਕ ਮੰਤਰੀ ਤੁਹਾਡੇ ਘਰੇ ਆ? ਹੁਣ ਦੇਖੋ, ਮੰਤਰੀ ਬਣਨਾ ਇੰਨਾ ਮੇਰੇ ਖਿਆਲ ਦੇ ਨਾਲ ਸਰਦਾਰ ਪ੍ਰਗਟ ਸਿੰਘ ਲਈ ਮਤਲਬ ਜਿਹੜਾ ਬੰਦਾ ਇੰਡੀਆ ਦਾ ਝੰਡਾ ਲਹਿਰਾਇਆ ਹੋਵੇ ਉਹਦੇ ਲਈ ਇਹ ਕੁਛ ਨਹੀਂ ਹੈ। ਬਟ ਹਾਂ, ਇਸ ਚੀਜ਼ ਵਾਸਤੇ ਬੜੀ ਖੁਸ਼ੀ ਹੈ ਕਿ ਇਹਨਾਂ ਨੂੰ ਮੌਕਾ ਮਿਲ ਰਿਹਾ ਪੰਜਾਬ ਲਈ ਕੁਝ ਕਰਨ ਦਾ ਔਰ ਪ੍ਰੂਵ ਕਰਨ ਦਾ, ਤੇ ਇਹਨਾਂ ਦੇ ਉੱਤੇ ਬੜਾ ਵੱਡਾ ਹੁਣ ਮੇਰੇ ਖਿਆਲ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਪੰਜਾਬੀਆਂ ਦੀ ਕਿ ਇਹ ਕਰਕੇ ਦਿਖਾਉਣ, ਸਾਡੀਆਂ ਆਸਾਂ ਤੇ ਪੂਰੀਆਂ ਉਤਰਨ। ਘਰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ, ਕਦੇ ਪੋਲੀਟੀਕਲ ਗੱਲਾਂ ਕਰਦੇ ਆ ਕਿ ਆਹ ਮੁੱਦੇ ਹੱਲ ਹੋਣੇ ਚਾਹੀਦੇ ਸੀ, ਜੇ ਮੈਂ ਹੁੰਦਾ ਤਾਂ ਕਰ ਦਿੰਦਾ, ਹੁਣ ਤਾਂ ਉਹ ਬਣ ਗਏ। ਸਾਡੇ ਘਰ 'ਚ ਵੈਸੇ ਅਕਸਰ ਹੀ ਡਿਸਕਸ਼ਨ ਜਿਹੜੀ ਹੁੰਦੀ ਹੈ ਮੁੱਦਿਆਂ ਦੀ ਹੁੰਦੀ ਹੈ ਤੇ ਸਿਸਟਮ ਦੀ ਹੁੰਦੀ ਹੈ, ਕਿਸ ਤਰੀਕੇ ਨਾਲ ਇਹਨੂੰ ਸੁਧਾਰਿਆ ਜਾ ਸਕਦਾ, ਕੀ ਕੰਮ ਕੀਤੇ ਜਾ ਸਕਦੇ ਆ। ਕਦੇ ਮੈਂ ਵੈਸੇ ਕਦੇ ਦੇਖਦੀ ਹੁੰਦੀ ਆ, ਸੋਚਦੀ ਹੁੰਦੀ ਵੀ ਇਸ ਬੰਦੇ 'ਚ ਕਿੰਨੀ ਕੁਦਰਤ ਨਹੀਂ ਦਿੱਤੀ ਹੈ, ਵਿਜ਼ਨ। ਕਿਉਂਕਿ ਦੇਖੋ ਫਿਰੇ ਤੁਰੇ ਬਹੁਤ ਹੈ, ਉੱਥੋਂ ਹਰ ਜਗ੍ਹਾ ਜਾ ਕੇ, ਜੇ ਪੁਲਿਸ ਦੇ ਵਿੱਚ ਸੀ ਤੇ ਇੰਗਲੈਂਡ ਜਿਹੜੇ ਵੀ ਪੁਲਿਸ ਸਟੇਸ਼ਨ ਸੀ ਉੱਥੇ ਦੇਖ ਕੇ ਆਉਂਦੇ ਸੀ ਵੀ ਉਹਨਾਂ ਦੀ ਵਰਕਿੰਗ ਕਿਸ ਤਰ੍ਹਾਂ ਆ, ਵੀ ਮੈਂ ਆ ਕੇ ਇੱਥੇ ਕਰਾਂ। ਜੇ ਸਪੋਰਟਸ ਦੇ ਵਿੱਚ ਰਹੇ, ਜਿੰਨੀ ਦੇਰ ਜਦੋਂ ਵੀ ਅਸੀਂ ਜਾਈਦਾ ਉੱਥੇ ਦੀਆਂ ਦੇਖੀ ਦੀਆਂ ਵੀ ਉੱਥੇ ਕਿਸ ਤਰ੍ਹਾਂ ਵਰਕ ਕਰਦੇ, ਕਿਸ ਲੈਵਲ ਤੋਂ ਸਟਾਰਟ ਹੋ ਕੇ ਕਿੱਥੇ ਤੱਕ ਲੈ ਕੇ ਜਾਂਦੇ ਆ, ਕਿੰਨੇ ਸਾਲ ਨਰਚਰ ਕਰਦੇ ਆ ਉਸ। ਸੋ ਵਿਜ਼ਨ ਤਾਂ ਦੇਖ ਕੇ ਬੜਾ ਸਰਪ੍ਰਾਈਜ਼ ਹੁੰਦਾ ਆ, ਤੇ ਮੈਨੂੰ ਲੱਗਦਾ ਸੀ ਵੀ ਇਹਨਾਂ ਨੂੰ ਚਾਂਸ ਮਿਲਣਾ ਚਾਹੀਦਾ ਤੇ ਪ੍ਰੂਵ ਕਰਨਗੇ। ਹੁਣ ਮਾਲਕ ਨੇ ਬਖਸ਼ਿਆ ਤੇ ਚਲੋ ਅਗਲੇ 3 ਮਹੀਨੇ ਦੇ ਵਿੱਚ ਹੋਪ ਕਰਦੀ ਆ, ਉਮੀਦ ਕਰਦੇ ਕੁਝ ਨਾ ਕੁਝ ਕਰਕੇ ਦਿਖਾਉਣਗੇ। ਦੇਖੋ, ਉਮੀਦ ਡੈਫੀਨੇਟਲੀ ਕਰਦੀ ਆ, ਕੌਨਫੀਡੈਂਸ ਤਾਂ ਹੈਗਾ ਹੈ ਕਿ ਕਰਨਗੇ, ਜ਼ਰੂਰ ਕਰ ਪਾਉਣਗੇ। ਕਿਉਂਕਿ ਜਿਹੜਾ ਬੰਦਾ, ਤੁਹਾਨੂੰ ਮੈਂ ਸੱਚ ਦੱਸਦੀ ਆ ਕਿ ਪ੍ਰਗਟ ਸਿੰਘ ਆਪਣੀ ਜਿਹੜੀ ਹੈ ਨਾ ਰੈਜ਼ਿਗਨੇਸ਼ਨ ਲੈਟਰ ਤੇ ਉਹ ਚਿੱਠੀ ਜਿਹੜੀ ਜੇਬ 'ਚ ਹੁੰਦੀ ਹੈ, ਕੋਈ ਕੰਪਰੋਮਾਈਜ਼ ਨਹੀਂ ਅਸੂਲਾਂ ਦੇ ਨਾਲ, ਕੋਈ ਕਿਸੇ ਚੀਜ਼ ਦੇ ਨਾਲ ਕੰਪਰੋਮਾਈਜ਼ ਨਹੀਂ। ਜਿੱਥੇ ਪੰਜਾਬ ਹੈ ਉੱਥੇ ਪਰਿਵਾਰ ਸਭ ਕੁਝ ਪਿੱਛੇ ਸੈਕੰਡਰੀ ਹੈ ਸਾਰਾ। ਹੋਰ ਚੀਜ਼ ਦੱਸਿਓ, ਜਦੋਂ ਰਾਜਨੀਤਿਕ ਫੈਸਲੇ ਲੈਂਦੇ ਨੇ ਤੁਹਾਡੇ ਤੋਂ ਪੁੱਛਦੇ ਨੇ, ਸਲਾਹ ਮਸ਼ਵਰਾ ਕਰਦੇ ਨੇ ਕਿ ਮੈਂ ਆਹ ਫੈਸਲਾ ਲੈ ਲਾਂ ਜਾਂ ਨਹੀਂ ਲਵਾਂ? ਨਹੀਂ, ਇਸ ਤਰੀਕੇ ਦੇ ਨਾਲ ਨਹੀਂ। ਇਹਨਾਂ ਨੂੰ ਵੈਸੇ ਕੁਦਰਤ ਵੱਲੋਂ ਮੈਂ ਤੁਹਾਨੂੰ ਅੰਦਰੋਂ ਆਉਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ। 27 ਅਪ੍ਰੈਲ ਜਦੋਂ 2011 ਦੇ ਵਿੱਚ ਸੀਗੀ, ਅਸੀਂ ਦਰਬਾਰ ਸਾਹਿਬ ਸੀ ਉਸ ਦਿਨ, ਜਦੋਂ ਇਹਨਾਂ ਨੂੰ CPS ਅਕਾਲੀ ਗਵਰਨਮੈਂਟ ਦੇ ਵਿੱਚ ਬਣਾਇਆ ਗਿਆ ਸੀਗਾ। ਮੈਂ 3 ਦਿਨ ਵਾਸਤੇ ਦਰਬਾਰ ਸਾਹਿਬ ਸੀਗੀ, ਉਦੋਂ ਅਸੀਂ ਪਾਠ ਰਖਾਇਆ ਹੋਇਆ ਸੀਗਾ। ਇਹ ਉਸ ਦਿਨ ਸਵੇਰੇ 6 ਵਜੇ 5:30 6 ਵਜੇ ਉੱਥੇ ਪਹੁੰਚੇ ਆ, ਤੇ ਚਲੋ ਅਰਦਾਸ ਹੋਈ ਤੇ ਅਸੀਂ ਅਕਾਲ ਤਖਤ ਸਾਹਿਬ ਉਦੋਂ ਖੜੇ ਸੀਗੇ, ਦਰਸ਼ਨੀ ਡਿਓੜੀ ਦੇ ਬਿਲਕੁਲ ਕੋਲ। ਮੈਨੂੰ ਉਹਦਾ ਕਹਿੰਦੇ ਵੀ ਰਾਤ ਮੈਂ ਬੜਾ ਬੇਚੈਨ ਰਿਹਾ। ਮੈਂ ਕਿਹਾ ਕੀ ਗੱਲ ਹੋਈ? ਉਸ ਤੋਂ ਇੱਕ ਦਿਨ 26 ਤਰੀਕ ਨੂੰ ਅਨਾਉਂਸ ਕੀਤਾ ਸੀ। ਕਹਿੰਦੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਮਤਲਬ ਸਰਕਾਰ ਦੇ ਉੱਤੇ ਖਜ਼ਾਨੇ ਅੱਗੇ ਖਾਲੀ ਹੈ, CPS ਬਣ ਕੇ ਨਾ ਕੁਛ ਕਰ ਹੋਣਾ ਆ, ਨਾ ਕੁਛ ਇਸ ਉਹਦਾ ਮੈਂ ਇਹਦਾ ਚਾਹਵਾਨ ਆ, ਮਤਲਬ ਪ੍ਰੈਕਟੀਕਲੀ ਕੁਛ ਨਹੀਂ ਕਰਨਾ। ਮੈਂ ਬੋਝ ਕਿਉਂ ਪੰਜਾਬ ਤੇ ਬਣਾ? ਮੈਂ ਕਿਹਾ ਤੁਸੀਂ ਫਿਰ ਕੀ ਸੋਚਦੇ ਹੋ? ਪਾਕਟ ਦੇ ਵਿੱਚੋਂ ਕੱਢੀ ਹੋਈ 3 ਵਜੇ ਉੱਠ ਕੇ ਉਹ ਲੈਟਰ ਲਿਖੀ ਸੀਗੀ, ਜਿਹੜੀ ਬਾਦਲ ਸਾਹਿਬ ਨੂੰ ਲਿਖੀ ਸੀਗੀ ਕਿ ਮੈਂ ਨਹੀਂ ਲੈਣਾ ਹੈਗਾ। ਸੋ ਇਹਨਾਂ ਦੇ ਦਿਲੋਂ ਕਿਤੋਂ ਆਵਾਜ਼ ਆਉਂਦੀ ਹੈ, ਜੋ ਆਉਂਦੀ ਹੈ ਉਹ ਕਰਦੇ ਆ, ਅਸੀਂ ਪਿੱਛੇ ਫਿਰ। ਆਮ ਤੌਰ ਤੇ ਕਿਹਾ ਜਾ ਰਿਹਾ, ਇੱਕ ਪਰਸੈਪਸ਼ਨ ਬਣੀ ਹੋਈ ਆ ਪ੍ਰਗਟ ਸਿੰਘ ਜੀ ਬਾਰੇ ਕਿ ਉਹ ਜਜ਼ਬਾਤੀ ਪੋਲੀਟੀਸ਼ੀਅਨ ਹੈ। ਤੁਸੀਂ ਕਿਵੇਂ ਮੰਨਦੇ ਹੋ? ਪਰਫੈਕਟ ਪੋਲੀਟੀਸ਼ੀਅਨ ਮੰਨਦੇ ਹੋ, ਜਜ਼ਬਾਤੀ ਪੋਲੀਟੀਸ਼ੀਅਨ ਮੰਨਦੇ ਹੋ, ਜਾਂ ਫਿਰ ਤੁਸੀਂ ਕਹਿੰਦੇ ਕਿ ਉਹ ਕੁਝ ਕਰਨ ਲਈ ਪੋਲੀਟੀਸ਼ੀਅਨ ਦੇ ਵਿੱਚ ਆਏ ਨੇ, ਕੁਝ ਬਦਲਣ ਦੇ? ਮੈਂ ਰੈਵੋਲੂਸ਼ਨਰੀ ਪੋਲੀਟੀਸ਼ੀਅਨ, ਮੇਰੀ ਰੈਵੋਲੂਸ਼ਨਰੀ ਪੋਲੀਟੀਸ਼ੀਅਨ। ਮੈਂ ਵੈਸੇ ਜਿਹੜਾ ਨਾ, ਤੁਸੀਂ ਇਹ ਦੇਖੋ ਕੁਝ ਸਮੇਂ ਤੋਂ ਪੋਲੀਟੀਸ਼ੀਅਨ ਤੋਂ ਨਾ ਨਫ਼ਰਤ ਜੀ ਆਉਣ ਲੱਗੀ ਸੀਗੀ, ਕਿਉਂਕਿ ਕੁਝ ਹੁਣ ਹਰ ਵਾਰੀ ਤੁਸੀਂ ਦੇਖੋ ਮੈਨੀਫੈਸਟੋ ਬਣਾਉਂਦੇ ਹੋ ਤੇ ਤੁਸੀਂ ਉਹਦੇ ਤੇ ਕੁਝ ਵੀ ਕਰਦੇ ਨਹੀਂ ਹੋ। ਪ੍ਰਗਟ ਸਿੰਘ ਇਮੋਸ਼ਨਲ ਪੰਜਾਬੀ ਹੈ, ਪੋਲੀਟੀਸ਼ੀਅਨ ਨਹੀਂ ਹੈ। ਔਰ ਇਹ ਜਿਹੜਾ ਸਾਨੂੰ ਜ਼ਿਆਦਾ ਹੁਣ ਨਾ ਇਮੋਸ਼ਨਲ ਬੰਦੇ, ਪ੍ਰੈਕਟੀਕਲ ਵਿਜ਼ਨ ਵਾਲੇ ਬੰਦੇ ਚਾਹੀਦੇ, ਨਾ ਕਿ ਸਾਨੂੰ ਨਾ ਪੋਲੀਟੀਸ਼ੀਅਨ ਚਾਹੀਦਾ, ਨਾ ਸਾਨੂੰ ਬਿਜ਼ਨਸਮੈਨ ਚਾਹੀਦਾ, ਸਾਨੂੰ ਨਹੀਂ ਚਾਹੀਦਾ ਹੈਗਾ। ਕਿਉਂਕਿ ਜਿੱਥੇ ਤੱਕ ਅੱਜ ਆਪਾਂ ਆ ਕੇ ਖੜੇ ਆ, ਉੱਥੇ ਆ ਕੇ ਇਹ ਪੋਲੀਟੀਸ਼ੀਅਨਸ ਤੇ ਬਿਜ਼ਨਸਮੈਨ ਲੈ ਕੇ ਆਏ ਆ। ਸੋ ਸਾਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ। ਮੈਂ ਕਹੂੰਗੀ ਕਿ ਹੀ ਇਜ਼ ਇਮੋਸ਼ਨਲ
ਰੈਵੋਲੂਸ਼ਨਰੀ। ਕੋਈ ਐਸੇ ਮੁੱਦੇ ਡਿਸਕਸ ਕਰਦੇ ਹੁਣ ਤੁਹਾਡੇ ਨਾਲ ਵੀ ਆ ਮੈਂ ਪਹਿਲ ਦੇ ਆਧਾਰ ਤੇ ਕਰਦੇ ਆ, ਘਰ ਦੇ ਵਿੱਚ ਤੁਹਾਡੇ ਨਾਲ ਡਿਸਕਸ਼ਨ ਹੁੰਦੀ ਹੋਊਗੀ, ਜਿਹੜੇ ਮੁੱਦੇ ਤੁਹਾਨੂੰ ਲੱਗਦੇ ਆ ਕਿ ਤੁਸੀਂ ਵੀ ਮੰਨਦੇ ਹੋ ਕਿ ਇਹ ਹੋਣੇ ਚਾਹੀਦੇ ਆ ਮਸਲੇ ਹੱਲ? ਦੇਖੋ, ਸਭ ਤੋਂ ਜ਼ਿਆਦਾ ਤਾਂ ਜਿਹੜਾ ਜਦੋਂ ਦਾ ਬਰਗਾੜੀ ਵਾਲਾ ਹੋਇਆ, ਬੇਅਦਬੀ ਵਾਲਾ, ਉਸ ਮੇਰੇ ਖਿਆਲ ਦੇ ਨਾਲ ਸਾਡੇ ਐਵਰੀ ਅਦਰ ਡੇ ਡਿਸਕਸ ਕਰਦੇ ਆ, ਇਹ ਫੀਲ ਕਰਦੇ ਬੀਇੰਗ ਪੰਜਾਬੀ ਵੀ ਸਾਨੂੰ ਸ਼ਰਮ ਦੇ ਨਾਲ ਵੈਸੇ ਹੀ ਕਹਿੰਦੇ ਨੇ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੇ ਅਸੀਂ ਉਹਨੂੰ ਜਸਟੀਫਾਈ ਨਹੀਂ ਕਰ ਪਾਏ, ਹੈ ਨਾ। ਦੇਖੋ ਤੁਸੀਂ ਜਿਸ ਦੇ ਕਰਕੇ ਤੁਰੇ ਫਿਰ ਰਹੇ ਆ, ਜੇ ਆਪਣੇ ਫਾਦਰ ਮਦਰ ਤੇ ਕੋਈ ਉਂਗਲ ਚੱਕੇ ਜਾਂ ਕੁਝ ਹੋਵੇ, ਕਿੱਦਾਂ ਇਸ ਤਰ੍ਹਾਂ ਹੁੰਦਾ ਕਿ ਆਪਾਂ ਉਸ ਚੀਜ਼ ਦਾ ਬਹੁਤ ਹੈਗਾ। ਫਿਰ ਜਿਹੜਾ ਆਪਣਾ ਡਰੱਗਸ ਦਾ ਇਸ਼ੂ, ਫਿਰ ਤੁਸੀਂ ਲਿਕਰ ਦਾ ਇਸ਼ੂ, ਮਾਈਨਿੰਗ ਦਾ ਇਸ਼ੂ, ਮਤਲਬ ਬਹੁਤ ਚੀਜ਼ਾਂ ਦੇਖ ਕੇ ਮਤਲਬ ਦੁੱਖ ਹੁੰਦਾ। ਜਿਹੜੀ ਆਮ ਬੰਦੇ ਨੂੰ ਪਿੰਚ ਕਰਦੀ ਹੈ ਨਾ, ਉਹ ਸਰਦਾਰ ਭਗਤ ਸਿੰਘ ਨੂੰ ਪਿੰਚ ਕਰਦੀ ਹੈ। ਸਵਾਲ ਬੜਾ ਇੰਟਰਸਟਿੰਗ ਹੈ। ਤੁਸੀਂ ਚਾਹੁੰਦੇ ਸੀ ਕਿ ਉਹ ਪੋਲੀਟੀਸ਼ੀਅਨ ਬਣਨ? ਕਦੇ ਤੁਸੀਂ, ਕਿਉਂਕਿ ਜਦੋਂ ਤੱਕ ਪੋਲੀਟੀਸ਼ੀਅਨ ਨਹੀਂ ਬਣੇ ਸੀ ਉਹ, ਕਦੇ ਤੁਸੀਂ ਚਾਹੁੰਦੇ ਸੀ ਕਿ ਉਹ ਪੋਲੀਟੀਸ਼ੀਅਨ ਬਣਨ ਜਾਂ ਪੋਲੀਟਿਕਸ ਚਾਹਣ ਜਾਂ ਕੋਈ ਬਦਲਾਵ ਲੈ ਕੇ ਆਉਣ ਪੋਲੀਟੀਸ਼ੀਅਨ 'ਚ ਆ ਕੇ? ਇਸ ਤਰ੍ਹਾਂ ਦੇ ਜਜ਼ਬਾਤੀ ਬੰਦਿਆਂ ਦੀ ਤਾਂ ਬਹੁਤ ਲੋੜ ਹੈ। ਨਵਜੋਤ ਸਿੰਘ ਸਿੱਧੂ ਬਾਰੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਜ਼ਬਾਤੀ ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਮਾਰ ਵੀ ਖਾਣੀ ਪਈ ਅੱਜ ਤੱਕ। ਹੁਣ ਤਾਂ ਚਲੋ ਖੈਰ ਉਹ ਪ੍ਰਧਾਨ ਮੰਤਰੀ। ਦੇਖੋ ਜੀ, ਜਦੋਂ ਬਾਦਲ ਸਾਹਿਬ ਨੇ ਉਦੋਂ ਦਸੰਬਰ ਦੇ ਵਿੱਚ ਸਰਦਾਰ ਭਗਤ ਸਿੰਘ ਨੂੰ ਮੈਸੇਜ ਭੇਜਿਆ, ਮੈਂ ਸਭ ਤੋਂ ਜ਼ਿਆਦਾ ਅਪੋਜ਼ ਕੀਤਾ। ਮੈਂ ਇਹਨਾਂ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਮੈਂ ਮਤਲਬ ਆਪਣਾ ਦੋਨਾਂ ਦੀ ਬਹੁਤ ਵੱਡੀ ਲੜਾਈ ਹੋ ਜਾਣੀ ਜੇ ਤੁਸੀਂ ਪੋਲੀਟਿਕ, ਕਿਉਂਕਿ ਮੈਨੂੰ ਇਹ ਦਿਖ ਰਹੇ ਸੀ ਕਿ ਇਹ ਪੋਲੀਟੀਸ਼ੀਅਨ ਨਹੀਂ ਹੈ, ਇਹਨਾਂ ਦੀ ਫਿਤਰਤ ਉਹ ਨਹੀਂ ਹੈ। ਪਰ ਚਲੋ ਹਾਲਾਤ ਇਹੋ ਜਿਹੇ, ਫਿਰ ਮੈਨੂੰ ਜਦੋਂ ਉਸ ਟੈਨਿਓਰ ਦੇ ਵਿੱਚ ਮੈਨੂੰ ਬੜਾ ਲੱਗਣਾ, ਮੈਂ ਕਿਹਾ ਵੀ ਕਿੰਨਾ ਸਾਡੀ ਨਾ ਇੱਕ એનર્ਜੀ ਹੈ, ਇੱਕ ਵਿਜ਼ਨ ਵੇਸਟ ਹੋ ਰਹੀ ਸੀਗੀ ਜਿਹੜੀ ਯੂਜ਼ ਨਹੀਂ ਹੋ ਪਾ ਰਹੀ ਸੀ। ਤਾਂ ਕਿਤੇ ਨਾ ਕਿਤੇ ਤੁਹਾਨੂੰ ਫਰਸਟ੍ਰੇਸ਼ਨ ਤਾਂ ਹੁੰਦੀ ਹੈ। ਮੇਰੇ ਖਿਆਲ ਦੇ ਨਾਲ ਇਹਨਾਂ ਦੇ ਨਾਲ 24 ਘੰਟੇ ਰਹਿਣ ਦੇ ਵਿੱਚ ਮੈਨੂੰ ਜ਼ਿਆਦਾ ਹੁੰਦਾ ਸੀ ਵੀ ਕਿਸ ਤਰ੍ਹਾਂ ਵੇਸਟ ਹੋ ਰਹੇ ਨੇ, ਕਿਉਂਕਿ ਭਗਤ ਸਿੰਘ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਵੀ ਮੈਂ ਸਿਰਫ ਔਰ ਸਿਰਫ 20 ਸਾਲ ਪੋਲੀਟਿਕਸ ਦੇ ਵਿੱਚ, 10 ਸਾਲ ਤਾਂ ਸਾਡੇ ਉੱਦਾਂ ਹੀ ਨਿਕਲ ਗਏ ਰਹਿਣਾ, ਉਸ ਤੋਂ ਬਾਅਦ ਮੈਂ ਰਿਟਾਇਰਮੈਂਟ ਲੈ ਲੈਣੀ ਆ, ਨੋ ਮੈਟਰ ਵਾਟ, ਜਿੱਤੀਏ ਹਾਰੀਏ ਜੋ ਮਰਜ਼ੀ ਉਤਰ ਰਿਹਾ ਨਾ। ਮੈਨੂੰ ਲੱਗ ਰਿਹਾ ਸੀ ਵੀ ਇੰਨਾ ਟਾਈਮ ਆਪਣਾ ਨਿਕਲ ਰਿਹਾ। ਪਰ ਦੇਖੋ ਮੇਰੀ ਗੱਲ ਸੁਣੋ, ਮੈਂ ਵੀ ਆਖਰਕਾਰ ਮੇਰੇ ਵੀ ਬੱਚੇ, ਮੈਂ ਆਪਣੇ ਦੋਨੋਂ ਬੱਚੇ ਬਾਹਰ ਭੇਜ ਦਿੱਤੇ। ਮੈਨੂੰ ਬੜਾ ਦੁੱਖ ਹੋਇਆ ਜਦੋਂ, ਕਿਉਂਕਿ ਮੇਰਾ ਇੱਕੋ ਬੇਟਾ ਇੱਕੋ ਬੇਟੀ ਹੈ ਨਾ, ਜਦੋਂ ਭੇਜੇ ਇੰਨੀ ਖਰਚਾ ਕਰਕੇ, ਉਹ ਇਸੇ ਕਰਕੇ ਕਿਉਂਕਿ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਸੀ, ਫਿਊਚਰ ਨਹੀਂ ਦੇਖ, ਫਿਊਚਰ ਨਹੀਂ ਨਜ਼ਰ ਆ ਰਿਹਾ। ਹੁਣ ਲੱਗ ਰਿਹਾ ਕਿ ਫਿਊਚਰ ਬ੍ਰਾਈਟ ਹੈ, ਕੰਮ ਕਰਨਗੇ, ਕੰਮ ਕਰਨਗੇ। ਇੱਕ ਚੀਜ਼ ਹੋਰ ਦੱਸਿਓ ਕਿ ਹੋਮ ਮਿਨਿਸਟਰੀ ਤਾਂ ਤੁਹਾਡੇ ਕੋਲ ਹੀ ਆ, ਚਾਹੇ ਉਹ ਮਿਨਿਸਟਰ ਜਿੱਥੇ ਮਰਜ਼ੀ ਬਣ ਕੇ ਹੁਣ ਸਰਕਾਰ 'ਚ, ਘਰ ਤਾਂ ਤੁਸੀਂ ਚਲਾਉਣਾ ਹੈ, ਹੋਮ ਮਿਨਿਸਟਰੀ ਤੁਹਾਡੇ। ਫੈਸਲੇ ਜ਼ਿਆਦਾ ਘਰ ਦੇ ਵਿੱਚ ਕਿਹਦੇ ਚੱਲਦੇ, ਤੁਹਾਡੇ ਚੱਲਦੇ ਜਾਂ ਉਹਨਾਂ ਦੇ ਚੱਲਦੇ, ਜਾਂ ਘਰ ਦੇ ਵਿੱਚ ਡਿਕਟੇਟਰ ਹੈ ਕਿ ਨਹੀਂ, ਕਿ ਘਰ ਦੇ ਵਿੱਚ ਹੀ ਕੋਆਪਰੇਟ ਕਰਦੇ ਆ, ਜਜ਼ਬਾਤਾਂ ਦੇ ਨਾਲ ਕੰਮ? ਨਹੀਂ, ਘਰ ਦੇ ਵਿੱਚ ਮੈਂ ਵੈਸੇ ਦੇਖੋ, ਤੁਸੀਂ ਉਹਨੇ ਕੁਐਸਚਨ ਕੀਤਾ, ਬਾਹਰ ਪ੍ਰਗਟ ਦੇ ਫਰਮ ਫੈਸਲੇ, ਅਸੀਂ ਕੋਈ ਵੀ ਚੇਂਜ ਨਹੀਂ ਕਰ ਸਕਦੇ। ਜੇ ਉਹਨਾਂ ਨੇ ਰਿਜ਼ਾਈਨ ਕਰਨਾ ਤੇ ਕਰਨਾ, ਜੋ ਮਰਜ਼ੀ ਅਸੀਂ ਕਹੀ ਜਾਈ, ਸੋਚ ਲਿਓ ਕਰਦਾ। ਪਰ ਘਰ ਦੇ ਵਿੱਚ ਮੈਂ ਕਹੂੰਗੀ ਹੀ ਇਜ਼ ਅ ਪਰਫੈਕਟ ਹਸਬੈਂਡ, ਸਭ ਤੋਂ ਵਧੀਆ ਮੇਰੇ ਖਿਆਲ ਪੁੱਤ, ਸਭ ਤੋਂ ਵਧੀਆ ਭਰਾ ਤੇ ਸਭ ਤੋਂ ਵਧੀਆ ਫਾਦਰ। ਮੈਂ ਇਹਨਾਂ ਦੇ ਮਦਰ ਨੂੰ ਕੱਲ ਜਦੋਂ ਪਤਾ ਲੱਗਿਆ ਤੇ ਵਧਾਈਆਂ ਦਿੱਤੀਆਂ। ਮੈਂ ਕਿਹਾ ਮਾਤਾ ਤੁਸੀਂ ਕਿੰਨੇ ਕਰਮਾਂ ਵਾਲੇ ਹੋ ਕਿ ਸਰਦਾਰ ਪ੍ਰਗਟ ਸਿੰਘ ਨੂੰ ਤੁਸੀਂ ਜਨਮ ਦਿੱਤਾ। ਤੇ ਇਹਨਾਂ ਦੀ ਸਿਸਟਰ ਨੂੰ ਵੀ ਸੇਮ ਸ਼ਬਦ ਕਹੇ, ਕਿੰਨੇ ਕਰਮਾਂ। ਮੈਂ ਕਿਹਾ ਕੱਲ ਮੇਰੇ ਬੱਚੇ ਵੀ ਆ, ਵੀ ਪਤਾ ਨਹੀਂ ਮੈਨੂੰ ਸੋਭਾ ਦਿਵਾਉਂਦੇ ਕਿ ਨਹੀਂ ਦਿਵਾਉਂਦੇ, ਪਰ ਇੱਕ ਮਤਲਬ ਤੁਸੀਂ ਦੇਖੋ ਤੁਸੀਂ ਕਿੰਨੇ ਲੱਕੀ ਹੋ, ਬੜੇ ਗਰੀਬ ਪਰਿਵਾਰ ਚੋਂ ਉੱਠ ਕੇ ਤੇ ਇੱਥੇ ਤੱਕ ਪਹੁੰਚਣਾ, ਔਰ ਆਪਣੀਆਂ ਸ਼ਰਤਾਂ ਤੇ, ਕਿਸੇ ਚੀਜ਼ ਦਾ ਇੱਕ ਮੈਂ ਕਿ 1 ਰੁਪਈਏ ਤੇ ਵੀ ਅਸੀਂ ਕੋਈ ਨਹੀਂ ਕੀਤਾ ਹੈਗਾ, ਇੱਥੇ ਤੱਕ ਪਹੁੰਚੇ। ਕੋਈ ਸਿਫਾਰਿਸ਼ ਨਹੀਂ ਹੈ, ਸਿਰਫ ਉਸ ਮਾਲਕ ਦੀ ਸਿਫਾਰਿਸ਼ ਸੀ। ਨਾ ਸਾਡੇ ਕੋਲ ਦਿੱਲੀ ਲੌਬੀ ਹੈ, ਨਾ ਕੋਈ ਇੱਥੇ ਲੌਬੀ ਹੈ, ਕੁਝ ਨਹੀਂ ਹੈ, ਬਸ ਮਾਲਕ ਬਸ। ਤਾਂ ਤੇ ਵਾਈਫ ਨਾ ਘੂਰ ਦਿੰਦੇ ਕਈ ਵਾਰੀ, ਜੇ ਕੋਈ ਕੰਮ ਨਾ ਹੋਵੇ ਤਾਂ ਤੁਸੀਂ ਅੱਜ ਇੰਟਰਵਿਊ ਦੇ ਰਹੇ ਹੋ, ਬੜੇ ਸਾਰੇ ਕੰਮ ਗਿਣਾਤੇ ਆ, ਜੇ ਕੰਮ ਨਹੀਂ ਕਰਦੇ ਤਾਂ ਘੂਰੋਗੇ ਉਹਨਾਂ ਨੇ ਵੀ ਇਹ ਕੰਮ ਕਿਉਂ ਨਹੀਂ ਕੀਤੇ, ਤੁਸੀਂ ਕਰਨੇ ਚਾਹੀਦੇ। ਬਿਲਕੁਲ ਬਿਲਕੁਲ ਘੂਰਾਂਗੇ, ਰੋਜ਼ ਆ ਕੇ ਪੁੱਛਿਆ ਜਾਊ, ਰਿਪੋਰਟ ਕਾਰਡ ਚੈੱਕ ਕੀਤਾ ਜਾਊਗਾ, ਅੱਛਾ ਵੀ ਕੀ ਕੀਤਾ ਹੈ ਨਾ, ਵਾਅਦਾ ਕੀਤਾ ਕਿ ਨਹੀਂ। ਤੁਸੀਂ ਇਹ ਯਕੀਨ ਕਰੋ, ਮੇਰਾ ਜਿਹੜਾ ਪਿਛਲੇ, ਪਤਾ ਨਹੀਂ ਤੁਸੀਂ ਸਾਡੇ ਉੱਥੇ ਕੌਂਸਟੀਟੂਐਂਸੀ ਨੂੰ ਫੋਲੋ ਕੀਤਾ ਕਿ ਨਹੀਂ, ਮੇਰਾ ਪਿਛਲੇ ਸਾਲ ਵੀ, ਪਿਛਲੀ ਉਹਦੇ ਵਿੱਚ ਵੀ ਅਸੀਂ 5 ਸਾਲ ਦਾ ਮੈਨੀਫੈਸਟੋ ਬਣਾਇਆ ਸੀ ਆਪਣਾ ਪਰਸਨਲ, ਤੇ ਕੰਮ ਕਰਨੇ ਹਲਕੇ। ਮੈਂ ਕਿਹਾ ਇਸ ਵਾਰੀ ਹੁਣ ਸਾਡੀ ਡ੍ਰੀਮ ਲੱਗ ਗਈ ਉਹ ਚੈੱਕ ਕਰਨ ਲਈ ਵੀ ਅਸੀਂ ਉਹ ਵਾਅਦੇ ਪੂਰੇ ਕੀਤੇ ਆ ਕਿ ਨਹੀਂ ਕੀਤੇ, ਜਿਹੜੇ ਰਹਿ ਗਏ 2 ਮਹੀਨਿਆਂ ਦੇ ਵਿੱਚ ਉਹ ਕੰਪਲੀਟ ਹੋਣਗੇ। ਮੈਨੀਫੈਸਟੋ ਬਣ ਗਿਆ ਕਿ ਨਹੀਂ ਹੁਣ ਮੰਤਰੀ ਦਾ ਮੈਨੀਫੈਸਟੋ? ਖੇਡ ਜਗਤ ਲਈ ਤਾਂ ਸਪੈਸ਼ਲੀ ਹੋਣਗੇ, ਕਿਉਂਕਿ ਖੇਡ ਜਗਤ, ਹਾਂਜੀ, ਉਹ ਉਹਨਾਂ ਦੀ ਵਿਜ਼ਨ ਤਾਂ ਦੇਖੋ ਖੇਡ ਵਾਸਤੇ ਤਾਂ ਬਹੁਤ ਵੱਡੀ ਹੈ। ਆਪਾਂ 올림픽ਸ ਦੇ ਵਿੱਚ ਸਾਰੀਆਂ ਟੀਮਾਂ ਦੇ ਵਿੱਚ ਬੱਚੇ ਲੈ ਕੇ ਜਾਣ ਰਹੇ ਨੇ, ਇਹ ਵਿਜ਼ਨ। ਤੁਸੀਂ ਖੇਡ ਮੰਤਰੀ ਬਣਿਆ ਦੇਖਣਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ? ਬਿਲਕੁਲ, ਮੇਰੇ ਖਿਆਲ ਦੇ ਨਾਲ ਇਹਨਾਂ ਤੋਂ ਬੈਟਰ ਕੋਈ ਬਣ ਹੀ ਨਹੀਂ ਸਕਦਾ ਹੈਗਾ, ਡਿਜ਼ਰਵ ਹੀ ਨਹੀਂ ਕਰਦਾ। ਸਾਰੇ ਜਿੰਨੇ ਵੀ ਹੈਗੇ ਉਹਨਾਂ ਦੇ ਵਿੱਚੋਂ ਹੀ ਇਜ਼ ਦ ਬੈਸਟ ਚੋਇਸ। ਧੰਨਵਾਦ ਜੀ। ਥੈਂਕ ਯੂ, ਥੈਂਕ ਯੂ।
ਤਾਂ ਇਹਨੇ ਜੋ ਪ੍ਰਗਟ ਸਿੰਘ ਉਹਨਾਂ ਦੀ ਪਤਨੀ, ਮੈਂ ਘਰ ਦਾ ਇੱਕ ਵਾਰ ਫਿਰ ਤੋਂ ਮਾਹੌਲ ਦਿਖਾ ਦੇਣਾ, ਘਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ। ਬੁੱਕੇ ਦੇ ਕੇ ਜਿਹੜੇ ਸਵਾਗਤ ਜਿਹੜਾ ਕੀਤਾ ਜਾ ਰਿਹਾ, ਕਿਉਂਕਿ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੋ ਰਹੀ ਨਹੀਂ। ਪ੍ਰਗਟ ਸਿੰਘ ਵਿਧਾਇਕ ਤੋਂ ਮੰਤਰੀ ਬਣ ਗਏ ਨੇ, ਹੁਣ ਲਗਭਗ ਇਹ ਤੈਅ ਹੈਗਾ। ਹਾਲਾਂਕਿ ਅਧਿਕਾਰਿਤ ਤੌਰ ਤੇ ਐਲਾਨ 4:30 ਵਜੇ ਹੋਣਾ ਜਦੋਂ ਸਹੁੰ ਚੱਕਣਗੇ। ਤਮਾਮ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਇੱਕ ਵਾਰ ਬਾਹਰ ਜਾ ਕੇ ਰਾਜਾ ਵੜਿੰਗ ਦੇ ਘਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ। ਇੱਕ ਵਾਰੀ ਮੈਂ ਕਹਿੰਦਾ ਕਿ ਕੈਮਰਾਮੈਨ ਦੀਪਕ ਦਿਖਾ ਦੇ ਸਾਰੀਆਂ ਤਸਵੀਰਾਂ। ਇਸ ਤੋਂ ਇਲਾਵਾ ਤੁਹਾਨੂੰ ਬਾਹਰ ਜਿਹੜੇ ਰਾਜਾ ਵੜਿੰਗ ਹੈਗੇ ਨੇ ਉਹਨਾਂ ਦੇ ਘਰ ਦੀ ਤਸਵੀਰ ਵੀ ਦਿਖਾਵਾਂਗੇ ਕਿ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦੇ ਜਿਹੜਾ ਮਾਹੌਲ ਹੈਗਾ। ਇਹ ਜਿਹੜੀਆਂ ਸਿੱਧੀਆਂ ਤਸਵੀਰਾਂ, ਕਿਉਂਕਿ ਇਹਨਾਂ ਦੇ ਘਰ ਦੇ ਘਰ ਹੈ ਜਿਹੜੇ ਬਿਲਕੁਲ ਨਾਲ ਨਾਲ ਹੈਗੇ ਨੇ। ਰਾਜਾ ਵੜਿੰਗ ਅਗਰ ਗੱਲ ਕਰੀਏ ਤਾਂ ਪ੍ਰਗਟ ਸਿੰਘ, ਦੋਨਾਂ ਦੇ ਘਰ ਨਾਲੋਂ ਨਾਲ ਹੈ। ਪ੍ਰਗਟ ਸਿੰਘ ਨਾਲ ਜਿਹੜੀ ਗੱਲਬਾਤ ਕੀਤੀ ਸੀ, ਹਾਲਾਂਕਿ ਉਹਨਾਂ ਦੀ ਪਤਨੀ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਘਰ ਦੇ ਵਿੱਚ ਕਿਸ ਤਰੀਕੇ ਦਾ ਵਤੀਰਾ, ਕਿਸ ਤਰੀਕੇ ਦੀ ਸੋਚ ਵਿਜ਼ਨਰੀ ਸੋਚ ਰੱਖਦੇ ਨੇ ਜਾਂ ਕਿ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਨੇ ਘਰ ਦੇ ਵਿੱਚ, ਉਹ ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣੂ ਕਰਵਾਇਆ। ਨਾਲ ਹੀ ਜਿਹੜੀ ਇਹ ਤਸਵੀਰ ਹੈ, ਇਹ ਰਾਜਾ ਵੜਿੰਗ ਦੇ ਘਰ ਦੀ ਤਸਵੀਰ ਹੈਗੀ ਹੈ। ਰਾਜਾ ਵੜਿੰਗ ਦੇ ਜਿਹੜੇ ਸਮਰਥਕ ਹੈ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ। ਘਰ ਦੇ ਵਿੱਚ ਜਿਹੜਾ ਮਾਹੌਲ ਪੂਰਾ ਬਣਿਆ ਹੋਇਆ, ਇਹ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹਨਾਂ ਦੇ ਘਰ ਦੀ ਤਸਵੀਰ ਹੈ। ਦਫ਼ਤਰ ਹੈ ਉਹਨਾਂ ਦਾ ਇੱਕ ਸਾਈਡ ਤੇ ਇਹ ਜਿਹੜੇ ਤਮਾਮ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ, ਸਪੋਰਟਰ ਨੇ, ਹਲਕੇ ਤੋਂ ਸਪੋਰਟਰ ਨੇ, ਉਹ ਪਹੁੰਚੇ ਹੋਏ ਨੇ। ਅਲੱਗ-ਅਲੱਗ ਸਪੋਰਟਰ ਨੇ ਉਹ ਪਹੁੰਚੇ ਹੋਏ ਨੇ। ਤੇ ਤਾਂ ਇਹ ਜਿਹੜੀ ਤਸਵੀਰ ਹੈ ਹਲਕੇ ਦੀ ਤਸਵੀਰ ਹੈ। फोन अंदर में चल रहा है। 86 मेरा नंबर तो लिखो। हाँ जी। मैंने व्हाट्सएप 9878 108 108 733 दुर्लभ सिद्धू। ठीक है ठीक है जी। कोई भी परफॉर्मेंस दस। ठीक है ओके ठीक है। दुर्लभ सिद्धू। ये कदों ऑन की बात करो बस अंदर बैठे दो चेयरमैन बैठे राइट। फिर दोनों थोड़ी कमानी करो। ठीक है। ਤਾਂ ਇਹ ਜਿਹੜੀ ਤਸਵੀਰ ਹੈਗੀ ਆ ਰਾਜਾ ਵੜਿੰਗ ਦੇ ਘਰ ਦੀ ਤਸਵੀਰ ਹੈ। ਹਾਲਾਂਕਿ ਅੰਦਰ ਗਏ ਹੋਣੇ, ਕੁਛ ਹੀ ਦੇਰ ਦੇ ਵਿੱਚ ਬਾਹਰ ਆਉਣਗੇ। ਉਦੋਂ ਤੱਕ ਤੁਹਾਨੂੰ ਜਿਹੜੀਆਂ ਤਮਾਮ ਜਿਹੜੀਆਂ ਤਸਵੀਰਾਂ ਉਹ ਦਿਖਾ ਦਿੰਨੇ ਆ। ਇਹ ਰਾਜਾ ਵੜਿੰਗ ਦਾ ਆਫਿਸ ਹੈਗਾ ਅਤੇ ਹਾਲਾਂਕਿ ਵਿਰੋਧ ਵੀ ਲਗਾਤਾਰ ਆਪਣੇ ਵੀ ਕਰਦੇ ਰਹੇ ਨੇ ਰਾਜਾ ਵੜਿੰਗ ਦਾ, ਤੇ ਵਿਰੋਧੀ ਵੀ ਕਰਦੇ ਰਹੇ ਨੇ ਕਿ ਰਾਜਾ ਵੜਿੰਗ ਮੰਤਰੀ ਨਹੀਂ ਬਣਨਾ ਚਾਹੀਦੇ। ਲੇਕਿਨ ਫਾਈਨਲੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਮੋਹਰ ਲਾ ਦਿੱਤੀ ਆ। ਮੋਹਰ ਲੱਗਣ ਤੋਂ ਬਾਅਦ ਜਿਹੜੀ ਇਹ ਤਸਵੀਰ ਹੈ, ਘਰੇ ਜਿਹੜੇ ਉਹਨਾਂ ਦੇ ਸਪੋਰਟਰ ਹੈਗੇ, ਸਮਰਥਕ ਹੈਗੇ ਨੇ, ਉਹ ਪਹੁੰਚੇ ਹੋਏ ਨੇ। ਘਰ ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਸਪੋਰਟਰ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਨੇ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ। ਜਿਹੜੀਆਂ ਇਹ ਤਸਵੀਰਾਂ ਹੈਗੀਆਂ ਨੇ ਜਿਹੜੇ ਸੰਭਾਵਿਤ ਮੰਤਰੀ ਨੇ, ਹਾਲਾਂਕਿ ਅਧਿਕਾਰਿਕ ਤੌਰ ਤੇ ਐਲਾਨ ਨਹੀਂ ਹੋਇਆ ਕਿ ਕਿਹੜੇ ਜਿਹੜੇ ਮੰਤਰੀ ਹੈਗੇ, ਐਮਐਲਏ ਹੈਗੇ ਨੇ ਨਵੇਂ ਮੰਤਰੀ ਵਜੋਂ ਸਹੁੰ ਚੱਕ ਰਹੇ ਨੇ, ਕਿਹੜੇ ਮੰਤਰੀਆਂ ਦੀ ਛੁੱਟੀ ਹੋਈ ਹੈ, ਕਿਹੜੇ ਮੰਤਰੀ ਬਚੇ ਰਹਿਣਗੇ, ਉਹੀ ਪੁਰਾਣੇ ਮੰਤਰੀ ਚਿਹਰੇ ਦੁਬਾਰਾ ਫੇਰ ਸਹੁੰ ਚੁੱਕਣਗੇ। ਇਹਨਾਂ ਦੀ ਹਾਲੇ ਤੱਕ ਜਿਹੜੀ ਤਸਵੀਰ ਹੈਗੀ ਆ ਉਹ ਜਿਹੜੀ ਅਧਿਕਾਰਿਕ ਤੌਰ ਤੇ ਐਲਾਨ ਹਾਲੇ ਤੱਕ ਸਾਹਮਣੇ ਨਹੀਂ ਆਇਆ। ਮੈਂ ਇੱਕ ਵਾਰੀ ਕਹੂੰਗਾ ਇਹ ਤਸਵੀਰਾਂ ਨਾਲ ਦਿਖਾਉਂਦੇ ਰਹਿਣ, ਕਿਉਂਕਿ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਵਿਧਾਇਕਾਂ ਦੇ ਘਰਾਂ ਦੇ ਬਾਹਰ ਦੀਆਂ ਤਸਵੀਰਾਂ ਕੀ ਹੈਗੀਆਂ ਨੇ। ਹਾਲਾਂਕਿ ਬਹੁਤ ਸਾਰੀ ਮੁਖਾਲਫਤ, ਵਿਰੋਧ ਲਗਾਤਾਰ ਹੋਇਆ ਕਈ ਵਿਧਾਇਕਾਂ ਦਾ ਕਿ ਮੰਤਰੀ ਨਾ ਬਣਨ। ਬਹੁਤ ਸਾਰੇ ਚਾਰਾ ਜੋਈਆਂ ਲੜਾਈਆਂ ਕਈਆਂ ਅੰਦਰੂਨੀ ਤੌਰ ਤੇ ਸਾਡੇ ਸੂਤਰ ਦੱਸਦੇ ਨੇ ਕਿ ਜੜ੍ਹਾਂ ਵੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਲੇਕਿਨ ਕੁਝ ਵਿਧਾਇਕ ਹੈਗੇ ਨੇ ਵਿਰੋਧ ਦੇ ਬਾਵਜੂਦ ਵੀ ਨਵੇਂ ਮੰਤਰੀ ਦੇ ਤੌਰ ਤੇ ਸਹੁੰ ਚੁੱਕਣਗੇ। ਤਾਂ ਉਸ ਨੂੰ ਲੈ ਕੇ ਜਿਹੜਾ ਉਹਨਾਂ ਦੇ ਸਮਰਥਕਾਂ ਦਾ ਤਾਂਤਾ ਹੈਗਾ। ਲਗਾਤਾਰ ਚੰਡੀਗੜ੍ਹ ਦੇ ਵਿੱਚ ਹਾਲਾਤ ਜਿਹੜੇ ਹੈਗੇ ਨੇ, ਰਾਜਨੀਤਿਕ ਹਾਲਾਤ ਹਰ ਪਲ ਸਮੀਕਰਨ ਬਦਲ ਰਹੇ ਨੇ, ਹਾਲਾਤ ਬਦਲ ਰਹੇ ਨੇ ਤੇ ਬਹੁਤ ਸਾਰੇ ਨਾਮ ਚਰਚਾ ਦੇ ਵਿੱਚ ਆਏ ਲੇਕਿਨ ਮੰਤਰੀ ਨਹੀਂ ਬਣ ਪਾਏ। ਬਹੁਤ ਸਾਰੇ ਐਸੇ ਨਾਮ ਨੇ ਜਿਹੜੇ ਚਰਚਾ ਦੇ ਵਿੱਚ ਨਹੀਂ ਸਨ ਲੇਕਿਨ ਮੰਤਰੀ ਬਣ ਗਏ। ਅਸੀਂ ਦੈਨਿਕ ਸਵੇਰਾ ਨੇ ਪਹਿਲਾਂ ਹੀ ਇਹ ਪਿਕਚਰ ਸਾਫ਼ ਕਰ ਦਿੱਤੀ ਗਈ ਸੀ ਕਿ ਕਿਹੜੇ ਮੰਤਰੀ ਆ ਜਿਹੜੇ ਉਹ ਵਿਧਾਇਕ ਬਣ ਰਹੇ ਨੇ, ਕਿਹੜੇ ਵਿਧਾਇਕ ਆ ਜਿਹੜੇ ਮੰਤਰੀ ਬਣ ਰਹੇ ਨੇ ਤੇ ਕਿਹੜੇ ਜਿਹੜੇ ਮੰਤਰੀਆਂ ਦੀ ਛੁੱਟੀ ਹੋ ਰਹੀ ਹੈ। ਤਾਂ ਇਹ ਜਿਹੜੀ ਤਸਵੀਰ ਅਸੀਂ ਪਹਿਲਾਂ ਹੀ ਜਿਹੜੀ ਦਿਖਾ ਦਿੱਤੀ ਸੀ, ਪਹਿਲਾਂ ਹੀ ਅਸੀਂ ਤਮਾਮ ਜਿਹੜੀ ਪਿਕਚਰ ਉਹ ਸਾਫ਼ ਕਰ ਦਿੱਤੀ ਸੀ। ਹਾਲਾਂਕਿ ਜਿਹੜੇ ਤਮਾਮ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰੇ ਜਿਹੜੇ ਮੰਤਰੀ ਬਣਦੇ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਹੈਗਾ ਉਹ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ। ਤੇ ਕੁਛ ਹੀ ਦੇਰ ਦੇ ਵਿੱਚ ਤਮਾਮ ਜਿਹੜੀ ਪਿਕਚਰ ਸਾਫ਼ ਕਰਾਂਗੇ। ਆਖਿਰਕਾਰ ਇਹ ਜਿਹੜੀ ਪਿਕਚਰ ਹੈਗੀ ਆ, ਰਾਜਾ ਵੜਿੰਗ ਕੀ ਸੋਚਦੇ ਨੇ, ਕੀ ਉਹਨਾਂ ਦੇ ਮੁੱਦੇ ਹੈਗੇ ਨੇ ਜਿਨ੍ਹਾਂ ਤੇ ਕੰਮ ਕਰਨਾ ਬਤੌਰ ਮੰਤਰੀ, ਉਹ ਕੀ ਸੋਚਦੇ ਨੇ, ਕੀ ਕੰਮ ਜਿਹੜੇ ਕਰਨੇ ਬਾਕੀ ਨੇ, ਉਹ ਉਹਨਾਂ ਮੁੱਦਿਆਂ ਤੇ ਜਿਹੜਾ ਹੈਗੇ ਨੇ ਕੀ ਸੋਚਦੇ ਨੇ, ਕੀ ਸਟੈਂਡ ਹੈਗਾ, ਉਹ ਤਮਾਮ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਚਰਚਾ ਕੀਤੀ ਜਾਏਗੀ।
ਤਾਂ ਕੁਛ ਹੀ ਦੇਰ ਦੇ ਵਿੱਚ ਉਹ ਬਾਹਰ ਆਉਣਗੇ। ਸਾਰੇ ਕੰਮ ਬਾਹਰ ਕਰੇ ਤਾਂ ਕੁਛ MLA ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ। ਰਾਜਾ ਵੜਿੰਗ ਬਤੌਰ ਜੋ ਮੰਤਰੀ ਹੈਗੇ ਨੇ ਉਹ ਸਹੁੰ ਚੁੱਕਣਗੇ ਅੱਜ 4:30 ਵਜੇ ਗਵਰਨਰ ਹਾਊਸ। ਉਹਨਾਂ ਦੇ ਨਾਲ ਜਿਹੜੇ ਤਮਾਮ ਮੰਤਰੀ ਰਹਿੰਦੇ ਮੰਤਰੀ ਨੇ ਜਿਹੜੇ ਜਿਨ੍ਹਾਂ ਨੂੰ ਸਹੁੰ ਚੁਕਾਇਆ ਜਾਣਾ ਹਾਲੇ ਤੱਕ ਬਾਕੀ ਹੈਗਾ, ਉਹ ਮੰਤਰੀ ਜਿਹੜੇ ਸਹੁੰ ਚੁੱਕਣਗੇ। 2 ਜਿਹੜੇ ਮੰਤਰੀ ਤੇ ਉਪ ਮੁੱਖ ਮੰਤਰੀ ਅਤੇ ਇੱਕ ਮੁੱਖ ਮੰਤਰੀ ਉਹ ਸਹੁੰ ਚੱਕ ਚੁੱਕੇ ਨੇ, ਤੇ ਬਾਕੀ ਜਿਹੜੇ ਹੈਗੇ ਨੇ ਵਿਧਾਇਕ ਮੰਤਰੀ ਦੇ ਤੌਰ ਤੇ ਜਿਹੜੇ ਬਾਕੀ ਰਹਿੰਦੇ ਨੇ 15 ਜਿਹੜੇ ਵਿਧਾਇਕ ਹੈਗੇ ਨੇ ਉਹ ਅੱਜ ਮੰਤਰੀ ਦੇ ਵਜੋਂ ਸਹੁੰ ਚੁੱਕਣਗੇ। ਹਾਈ ਕਮਾਂਡ ਵੱਲੋਂ ਮੋਹਰ ਲੱਗ ਚੁੱਕੀ ਆ। ਬੀਤੀ ਦੇਰ ਰਾਤ ਇੱਕ ਮੀਟਿੰਗ ਫਿਰ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੀਤੀ ਗਈ। ਉਸ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਗਿਆ ਇੱਕ ਮੰਤਰੀ ਦੇ ਨਾਮ ਦੇ ਉੱਤੇ ਲਗਾਤਾਰ ਆਪੱਤੀ ਜ਼ਾਹਿਰ ਕੀਤੀ ਜਾ ਰਹੀ ਸੀ। ਉਸ ਆਪੱਤੀ ਤੋਂ ਬਾਅਦ ਜਿਹੜਾ ਲੰਬਾ ਚੌੜਾ ਮੰਥਨ ਹੋਇਆ, ਰਾਣਾ ਗੁਰਜੀਤ ਤੇ ਵੀ ਲਗਾਤਾਰ ਆਬਜੈਕਸ਼ਨ ਕੀਤੇ ਜਾ ਰਹੇ ਸੀ। ਆਬਜੈਕਸ਼ਨਾਂ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਹਾਈ ਕਮਾਂਡ ਨੇ ਕੀ ਫੈਸਲਾ ਲਿਆ ਸੀ। ਕਾਕਾ ਰਣਦੀਪ ਉਹਨਾਂ ਦੇ ਨਾਮ ਤੇ ਵੀ ਲਗਾਤਾਰ ਰਾਤ ਚਰਚਾ ਹੁੰਦੀ ਰਹੀ। ਹਾਲਾਂਕਿ ਉਹਨਾਂ ਦੇ ਨਾਮ ਤੇ ਮੰਤਰੀ ਦੀ ਮੋਹਰ ਲੱਗੀ ਆ ਜਾਂ ਨਹੀਂ ਲੱਗੀ ਹਾਲੇ ਤੱਕ ਸਾਫ਼ ਨਹੀਂ ਹੋਇਆ। ਕੁਛ ਹੀ ਦੇਰ ਦੇ ਵਿੱਚ ਉਹ ਸਾਫ਼ ਹੋ ਜਾਏਗਾ। ਸਹੁੰ ਚੁੱਕ ਸਮਾਗਮ 4:30 ਵਜੇ ਰਾਜਪਾਲ ਆਫਿਸ ਦੇ ਵਿੱਚ ਹੋਏਗਾ। ਤਾਂ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਲਗਾਤਾਰ ਰਾਜਪਾਲ ਭਵਨ ਦੇ ਵਿੱਚ ਵੀ ਗਵਰਨਰ ਹਾਊਸ ਦੇ ਵਿੱਚ ਵੀ ਕੀਤੀਆਂ ਜਾ ਰਹੀਆਂ, ਤੇ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਵਿਧਾਇਕਾਂ ਦੇ ਸਮਰਥਕ ਜੋ ਮੰਤਰੀ ਬਣਨ ਜਾ ਰਹੇ ਨੇ ਉਹਨਾਂ ਦੇ ਘਰੇ ਵੀ ਜਿਹੜੇ ਸੰਭਾਵਿਤ ਮੰਤਰੀਆਂ ਦੇ ਘਰੇ ਵੀ ਤਾਂਤੇ ਲੱਗੇ ਹੋਏ ਨੇ। ਲਗਾਤਾਰ ਸਮਰਥਕਾਂ ਦੇ MLAs ਦੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਖੁਸ਼ੀ ਦਾ ਮਾਹੌਲ ਕਿਤੇ ਨਾ ਕਿਤੇ। ਹਾਲਾਂਕਿ ਕਹੀਂ ਖੁਸ਼ੀ ਕਭੀ ਗਮ, ਮਤਲਬ ਜਿਹੜੀ ਕੰਡੀਸ਼ਨ ਬਣੀ ਹੋਈ ਆ, ਕਿਤੇ ਬਹੁਤ ਖੁਸ਼ੀ ਆ ਤੇ ਕਿਤੇ ਗਮ ਹੈ, ਕਿਉਂਕਿ ਕੁਛ ਜਿਹੜੇ ਮੰਤਰੀਆਂ ਦੀ ਕੁਰਸੀ ਗਈ ਵੀ ਆ, ਕੁਛ ਨੇ ਘਰ ਜਿਹੜੇ ਖਾਲੀ ਕਰ ਵੀ ਦਿੱਤੇ ਨੇ। ਸ਼ਾਮ ਸੁੰਦਰ ਅਰੋੜਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਘਰ ਖਾਲੀ ਕਰ ਦਿੱਤਾ ਹੈ। ਤਾਂ ਇਹ ਜਿਹੜੇ ਕੁਛ ਮੰਤਰੀ ਹੈਗੇ ਨੇ ਜਿਨ੍ਹਾਂ ਦੇ ਨਾਮ ਤੇ ਲਗਾਤਾਰ ਚਰਚਾ ਚੱਲ ਰਹੀ ਹੈ, ਚਾਹੇ ਉਹ ਰਾਣਾ ਗੁਰਮੀਤ ਸੋਢੀ ਹੁਣ ਉਹਨਾਂ ਦੇ ਨਾਮ ਤੇ ਚਰਚਾ ਚੱਲ ਰਹੀ ਹੈ, ਇਸ ਤੋਂ ਇਲਾਵਾ ਗੁਰਪ੍ਰੀਤ ਕਾਂਗੜ, ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਲਵੀਰ ਸਿੱਧੂ ਸਿਹਤ ਮੰਤਰੀ ਉਹਨਾਂ ਦੇ ਨਾਮ ਤੇ ਲਗਾਤਾਰ ਚਰਚਾ ਚੱਲ ਰਹੀ ਹੈ ਕਿਉਂਕਿ ਕੈਬਨਿਟ ਦੇ ਵਿੱਚੋਂ ਬਾਹਰ ਹੋ ਰਹੇ ਨੇ। ਤਾਂ ਕੁਛ ਜਿਹੜੇ ਮੰਤਰੀ ਬਾਹਰ ਜਾ ਰਹੇ ਨੇ ਤੇ ਕੁਛ ਨਵੇਂ ਮੰਤਰੀ ਇਨ ਕਰ ਰਹੇ ਨੇ, ਤੇ ਕੁਛ ਆਪਣੀ ਕੁਰਸੀ ਬਚਾਉਣ ਦੇ ਵਿੱਚ ਸਫਲ ਸਾਬਿਤ ਹੋਏ ਨੇ। ਤਾਂ ਉਸ ਨੂੰ ਲੈ ਕੇ ਜਿਹੜੀ ਚਰਚਾ ਹੈਗੀ ਆ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਅਧਿਕਾਰਿਕ ਤੌਰ ਤੇ ਐਲਾਨ 4:30 ਵਜੇ ਹੋਏਗਾ ਜਦੋਂ ਸਹੁੰ ਚੁੱਕ ਸਮਾਗਮ ਹੋਏਗਾ। ਉਸ ਦੇ ਵਿੱਚ ਹੀ ਜਿਹੜਾ ਇਹ ਸਾਹਮਣੇ ਆਏਗਾ ਕਿ ਆਖਿਰਕਾਰ ਕਿਹੜੇ ਮੰਤਰੀ ਆਪਣੀ ਕੁਰਸੀ ਬਚਾ ਸਕੇ ਤੇ ਕਿਹੜੇ ਮੰਤਰੀ ਆਊਟ ਹੋ ਗਏ ਨੇ। ਤੇ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਰਾਜਾ ਵੜਿੰਗ ਦੇ ਨਾਲ। ਰਾਜਾ ਵੜਿੰਗ ਨਾਲ ਐਕਸਕਲੂਸਿਵ ਗੱਲਬਾਤ ਕਰਾਂਗੇ, ਲਾਈਵ ਤਸਵੀਰਾਂ ਤੁਹਾਨੂੰ ਪੇਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹ ਸੋਚਦੇ ਨੇ ਆਉਣ ਵਾਲੇ ਉਹਨਾਂ ਦੇ ਮੁੱਦੇ ਏਜੰਡੇ ਕਿਹੜੇ ਨੇ, ਜਾਂ ਆਉਣ ਵਾਲੇ ਬਚੇ 3 ਮਹੀਨਿਆਂ ਲਈ ਉਹ ਮੰਤਰੀ ਬਣੇ ਨੇ। ਇੱਕ ਵਾਰ ਅਗਰ ਸਰਕਾਰ ਦੁਬਾਰਾ ਬਣਦੀ ਹੈ ਤਾਂ ਉਹ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ ਬਾਅਦ ਦੀਆਂ ਗੱਲਾਂ, ਲੇਕਿਨ ਹਾਲ ਫਿਲਹਾਲ ਜਿਹੜੇ ਉਹ ਲਗਭਗ ਮੰਤਰੀ ਤੈਅ ਹੋ ਚੁੱਕੇ ਨੇ ਕਿ ਉਹ ਮੰਤਰੀ ਬਣ ਚੁੱਕੇ ਨੇ। ਹਾਲਾਂਕਿ ਚਰਚਾਵਾਂ ਬਹੁਤ ਸਾਰੀਆਂ ਚੱਲੀਆਂ ਕਿ ਮਨਪ੍ਰੀਤ ਬਾਦਲ ਨਹੀਂ ਚਾਹੁੰਦੇ ਕਿ ਰਾਜਾ ਵੜਿੰਗ ਮੰਤਰੀ ਬਣਨ, ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣ। ਇਸ ਤਰੀਕੇ ਦੀ ਜਿਹੜੀ ਚਰਚਾ ਲਗਾਤਾਰ ਛਿੜੀ ਹੋਈ ਸੀ। ਤਾਂ ਇਸ ਕਰਕੇ ਜਿਹੜੀ ਹੈਗੀ ਆ ਹੁਣ ਇਹ ਤਸਵੀਰ ਆਖਿਰਕਾਰ ਇਹ ਪਿਕਚਰ ਕਲੀਅਰ ਹੁੰਦੀ ਦਿਖ ਰਹੀ ਆ। ਕੁਛ ਨਾ ਕੁਛ ਜਿਹੜਾ ਪਿਕਚਰ ਦੇ ਉੱਤੇ ਜਿਹੜਾ ਗਰਦਾ ਜੰਮਿਆ ਹੋਇਆ ਸੀ ਉਹ ਸਾਫ਼ ਹੋਣ ਲੱਗ ਗਿਆ। ਤਸਵੀਰ ਸਾਫ਼ ਹੋਣ ਲੱਗ ਗਈ ਕਿ ਕਿਹੜੇ ਜਿਹੜੇ ਮੰਤਰੀ ਹੈਗੇ ਨੇ ਨਵੇਂ ਮੰਤਰੀ ਵਜੋਂ ਸਹੁੰ ਚੁੱਕ ਰਹੇ ਨੇ, ਕਿਹੜੇ ਮੰਤਰੀ ਮੰਡਲ 'ਚੋਂ ਅਲਵਿਦਾ ਕਹਿਣਗੇ। ਤਾਂ ਰਾਜਾ ਵੜਿੰਗ ਇਨ ਹੋਏ ਨੇ, ਜਨਰਲ ਕੈਟੇਗਰੀ ਦੇ ਨਾਲ ਸੰਬੰਧ ਰੱਖਦੇ ਨੇ, ਗਿੱਦੜਬਾਹਾ ਤੋਂ ਵਿਧਾਇਕ ਨੇ ਤੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਪਰਫਾਰਮ ਕਰਦੇ ਨੇ, ਕਿਹੜਾ ਮਹਿਕਮਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਇਹ ਦਿੱਤਾ ਜਾਵੇਗਾ। ਹਾਲਾਂਕਿ ਇਹ ਜਿਹੜੇ ਪੋਰਟਫੋਲੀਓ ਫਾਈਨਲ ਹੋ ਚੁੱਕੇ ਨੇ, ਹਾਈ ਕਮਾਂਡ ਵੱਲੋਂ ਪੋਰਟਫੋਲੀਓ ਫਾਈਨਲ ਕਰ ਦਿੱਤੇ ਗਏ ਨੇ। ਜਿਵੇਂ ਹੀ ਮੰਤਰੀ ਮੰਡਲ ਦੇ ਤੌਰ ਦੇ ਜਿਹੜੇ ਵਿਧਾਇਕ ਹੈਗੇ ਨੇ ਸਹੁੰ ਚੁੱਕਣਗੇ, ਨਵੇਂ ਮੰਤਰੀ ਸਹੁੰ ਚੁੱਕਣਗੇ ਤਾਂ ਉਸ ਤੋਂ ਬਾਅਦ ਪੋਰਟਫੋਲੀਓ ਅਨਾਊਂਸ ਕਰ ਦਿੱਤੇ ਜਾਣਗੇ ਕਿ
ਜਿਹੜੇ ਮੰਤਰੀ ਦਾ ਕੀ ਪੋਰਟਫੋਲੀਓ ਹੋਏਗਾ, ਕੀ ਕਾਰਗੁਜ਼ਾਰੀ ਹੋਏਗੀ। ਹਾਲਾਂਕਿ ਬਹੁਤ ਸਾਰੇ ਦਬਾਅ ਦੇ ਹੇਠ ਇਹ ਕੰਮ ਕਰਨਗੇ ਮੰਤਰੀ। 3 ਸਾਲ ਦੀ ਤਰ੍ਹਾਂ ਇਹ ਕੰਮ ਕਰਨਾ ਪਵੇਗਾ, ਜੋ 3 ਸਾਲਾਂ ਦੇ ਵਿੱਚ ਕੰਮ ਕਰਨਾ ਉਹ 3 ਮਹੀਨਿਆਂ ਦੇ ਵਿੱਚ ਕੰਮ ਕਰਨਾ ਪੈਣਾ। ਇਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਜ਼ਰੂਰ ਰਹੇਗਾ ਮੰਤਰੀਆਂ ਤੇ, ਕਿਉਂਕਿ ਇਲੈਕਸ਼ਨ ਈਅਰ ਹੈਗਾ। ਇਸ ਇਲੈਕਸ਼ਨ ਈਅਰ ਦੇ ਵਿੱਚ ਅਗਰ ਮੰਤਰੀ ਪਰਫਾਰਮ ਨਹੀਂ ਕਰ ਪਾਉਂਦੇ ਤਾਂ ਕਿਤੇ ਨਾ ਕਿਤੇ ਅੱਗੇ ਦੇ ਰਸਤੇ ਜਿਹੜੇ ਬੰਦ ਹੋ ਜਾਣਗੇ। ਤਾਂ ਬਹੁਤ ਸਾਰੇ ਮਸਲੇ ਹੈਗੇ ਨੇ ਜਿਨ੍ਹਾਂ ਦਾ ਹੱਲ ਕਰਵਾਉਣਾ ਜੋ ਨਵੇਂ ਮੰਤਰੀ ਹੋਣਗੇ ਉਹਨਾਂ ਲਈ ਸਭ ਤੋਂ ਵੱਡਾ ਟਾਰਗੇਟ ਹੋਏਗਾ ਕਿ ਜੋ ਵੱਡੇ ਮਸਲੇ ਨੇ ਪੰਜਾਬ ਦੇ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ। ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਇੱਥੇ ਜਿਹੜਾ ਉਹਨਾਂ ਦੇ ਸਮਰਥਕ ਹੈਗੇ ਨੇ ਉਹਨਾਂ ਦਾ ਤਾਂਤਾ ਲੱਗਿਆ ਹੋਇਆ। ਗਿੱਦੜਬਾਹਾ ਹਲਕੇ ਤੋਂ, ਮੁਕਤਸਰ ਹਲਕੇ ਤੋਂ ਬਹੁਤ ਸਾਰੇ ਐਸੇ ਉਹਨਾਂ ਦੇ ਸਮਰਥਕ ਨੇ ਜੋ ਪਹੁੰਚੇ ਹੋਏ ਨੇ, ਜੋ ਉਹਨਾਂ ਦੀ ਟੀਮ ਆ ਉਹ ਪਹੁੰਚੀ ਹੋਈ ਆ, ਜੋ ਹਲਕਿਆਂ ਦੇ ਵਿੱਚ ਕੰਮ ਕਰਦੇ। ਬਹੁਤ ਸਾਰੇ ਕਾਉਂਸਲਰ ਪਹੁੰਚੇ ਹੋਏ ਨੇ, ਬਹੁਤ ਸਾਰੇ ਜਿਹੜੇ ਹਲਕੇ ਦੇ ਵਿੱਚ ਅਲੱਗ-ਅਲੱਗ ਇੰਚਾਰਜ ਹੈਗੇ ਨੇ ਉਹ ਪਹੁੰਚੇ ਹੋਏ ਨੇ। ਤਮਾਮ ਜਿਹੜੇ ਉਹਨਾਂ ਦੇ ਸਮਰਥਕ ਪਹੁੰਚੇ ਹੋਏ ਨੇ, ਜੋ ਰਾਜਾ ਵੜਿੰਗ ਦੇ ਕਰੀਬੀ ਨੇ ਉਹ ਪਹੁੰਚੇ ਹੋਏ ਨੇ। MLAs ਪਹੁੰਚੇ ਹੋਏ ਨੇ, ਬੈਸਟ ਵਿਸ਼ੇਸ ਦੇ ਰਹੇ ਨੇ, ਕਿਉਂਕਿ MLAs ਨੇ ਬਹੁਤ ਸਾਰੇ ਕੰਮ ਬਤੌਰ ਮੰਤਰੀਆਂ ਤੋਂ ਕੰਮ ਲੈਣੇ ਹੁੰਦੇ ਨੇ ਤੇ ਇਸ ਕਰਕੇ MLA ਵੀ ਲਗਾਤਾਰ ਇੱਥੇ ਪਹੁੰਚ ਰਹੇ ਨੇ। ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈਗਾ। ਬੁੱਕੇ ਦੇ ਨਾਲ ਸਵਾਗਤ ਜਿਹੜਾ ਕੀਤਾ ਜਾ ਰਿਹਾ, ਤਾਂ ਮਿਠਾਈ ਦੇ ਡੱਬਿਆਂ ਦੇ ਨਾਲ ਸਵਾਗਤ ਕੀਤਾ ਗਿਆ। ਜਿਸ ਤਰੀਕੇ ਨਾਲ ਪ੍ਰਗਟ ਸਿੰਘ ਦੇ ਘਰ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਿਹੜਾ ਸਵਾਗਤ ਭਰਮਾ ਸਵਾਗਤ ਕੀਤਾ ਜਾ ਰਿਹਾ ਬਤੌਰ ਮੰਤਰੀ। ਜਿਹੜੇ ਉਹਨਾਂ ਦੇ ਸਪੋਰਟਰ ਹੈਗੇ ਨੇ ਉਹ ਸਪੋਰਟ ਕਰ ਰਹੇ ਨੇ। ਤਾਂ ਇਹ ਜਿਹੜੀ ਤਸਵੀਰ ਹੈਗੀ ਹੈ, ਇਹ ਜਿਹੜੀ ਤਸਵੀਰ ਹੈਗੀ ਹੈ ਇਹ ਰਾਜਾ ਵੜਿੰਗ ਦੇ ਸਰਕਾਰੀ ਰਿਹਾਇਸ਼ ਜਿਹੜੀ ਹੈਗੀ ਆ ਉਸ ਦੇ ਬਾਹਰ ਦੀ ਤਸਵੀਰ ਹੈਗੀ ਆ। ਤਮਾਮ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਲਗਾਤਾਰ ਪਹੁੰਚ ਰਹੇ ਨੇ। ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਸਮਰਥਕਾਂ ਨਾਲ ਗੱਲ ਕੀਤੀ ਜਾ ਸਕੇ। ਤਾਂ ਉਹਨਾਂ ਦੇ ਸਮਰਥਕ ਜਿਹੜੇ ਪਹੁੰਚੇ ਹੋਏ ਨੇ, ਤਾਂ ਲਗਾਤਾਰ ਕਿਉਂਕਿ ਮੀਟਿੰਗ ਇੱਕ ਅੰਦਰ ਚੱਲ ਰਹੀ ਹੈ, ਵਿਧਾਇਕਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਰਾਜਾ ਵੜਿੰਗ ਦੀ। ਕੁਛ ਹੀ ਦੇਰ ਦੇ ਵਿੱਚ ਬਾਹਰ ਆਉਣਗੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਿਜ਼ਨ ਰੱਖਦੇ ਨੇ, ਕਿਹੜੇ ਕਿਹੜੇ ਕੰਮ ਹੈ ਜਿਹੜੇ ਹੋਣੇ ਜ਼ਰੂਰੀ ਨੇ, ਕਿਉਂਕਿ ਅੱਜ ਪੂਰਾ ਦਿਨ ਜਿਹੜੇ ਪੋਲੀਟੀਕਲ ਐਕਟੀਵਿਟੀ ਉਹ ਰਹੇਗੀ। 4:30 ਵਜੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਵੀ ਬਹੁਤ ਸਾਰੇ ਜਸ਼ਨ ਦੇ ਮਾਹੌਲ ਹੋਣਗੇ, ਬਹੁਤ ਸਾਰੀਆਂ ਤਸਵੀਰਾਂ ਉਦੋਂ ਵੀ ਨਿਕਲ ਕੇ ਸਾਹਮਣੇ ਆਉਣਗੀਆਂ। ਲੇਕਿਨ ਹਾਲ ਫਿਲਹਾਲ ਅਗਰ ਗੱਲ ਕਰੀਏ ਤਾਂ ਹਾਲ ਫਿਲਹਾਲ ਜਿਹੜੇ ਟੈਂਟ ਆ ਉਹਨਾਂ ਦੇ ਘਰੇ ਲੱਗਣੇ ਸ਼ੁਰੂ ਹੋ ਗਏ। ਤੁਸੀਂ ਦੇਖੋ ਪਾਈਪਾਂ ਲੈ ਕੇ ਪਹੁੰਚ ਚੁੱਕੇ ਨੇ ਟੈਂਟ ਵਾਲੇ, ਤੇ ਜਿਹੜੇ ਤਮਾਮ ਜਿਹੜੇ ਉਹਨਾਂ ਦੇ ਸਮਰਥਕ ਨੇ ਪਹੁੰਚੇ ਹੋਏ ਨੇ। ਹਾਲਾਂਕਿ ਅਗਰ ਰਾਜਨੀਤਿਕ ਸਮੀਕਰਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਦਲਿਤ ਚਿਹਰੇ ਨੂੰ, ਇੱਕ ਅਨੁਸੂਚਿਤ ਜਾਤੀ ਚਿਹਰੇ ਨੂੰ ਮੁੱਖ ਮੰਤਰੀ ਦੇ ਵਜੋਂ ਨਵਾਜਿਆ ਗਿਆ, ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਲਗਾਤਾਰ ਕਾਂਗਰਸ ਸਰਗਰਮ ਵੀ ਹੈਗੀ ਆ ਅਤੇ ਇਹ ਮੰਨਿਆ ਜਾ ਰਿਹਾ ਅਨੁਸੂਚਿਤ ਜਾਤੀ ਦੇ ਚਿਹਰੇ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਾਹਮਣੇ ਲਿਆਉਣਾ ਕਿਤੇ ਨਾ ਕਿਤੇ ਆਉਣ ਵਾਲੇ 2022 ਦੇ ਚੋਣਾਂ ਦੇ ਵਿੱਚ ਇਹ ਸਿਆਸੀ ਲਾਹਾ ਜ਼ਰੂਰ ਮਿਲ ਸਕਦਾ, ਕਿਉਂਕਿ ਦਲਿਤ ਭਾਈਚਾਰੇ ਦਾ ਵੋਟ ਜਿਹੜਾ ਪੰਜਾਬ ਦੇ ਵਿੱਚ 33% ਵੋਟ ਹੈਗਾ। ਜਿਸ 33% ਵੋਟ ਦੇ ਮੱਦੇਨਜ਼ਰ ਕਿਤੇ ਨਾ ਕਿਤੇ ਵੱਡਾ ਫੈਸਲਾ ਜ਼ਰੂਰ ਲਿਆ ਗਿਆ। ਤਾਂ ਇਸ ਨੂੰ ਲੈ ਕੇ ਕੀ ਸਿਆਸੀ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਇਹ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਹਾਲ ਫਿਲਹਾਲ ਜਿਹੜਾ ਹੈਗੇ ਨੇ ਰਾਜਾ ਵੜਿੰਗ ਪਹੁੰਚੇ। ਰਾਜਾ ਵੜਿੰਗ ਸਾਹਿਬ ਮੰਤਰੀ ਵਜੋਂ ਸੰਭਾਵਿਤ ਮੰਤਰੀ ਕਿਹਾ ਜਾ ਰਿਹਾ, ਜਸ਼ਨ ਦੀ ਤਿਆਰੀਆਂ, ਟੈਂਟ ਵੀ ਲੱਗ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਟੈਂਟ ਤਾਂ ਕੋਈ ਨਹੀਂ ਲੱਗਿਆ ਯਾਰ, ਉਹ ਲੱਗ ਰਹੇ, ਉਹ ਪਾਈਪਾਂ ਟੈਂਟ ਦੀਆਂ ਹੁੰਦੀਆਂ ਨੇ। ਤੁਸੀਂ ਕਿਹਾ ਲੱਗ ਚੁੱਕੇ ਨੇ, ਲੱਗ ਰਹੇ ਨੇ। ਦੈਨਿਕ ਸਵੇਰਾ ਤੁਸੀਂ ਕਹੋ ਲੱਗਣ ਦੀ ਤਿਆਰੀ ਕਰ ਰਹੀ ਹੈ। ਸੋ ਬ੍ਰਦਰ ਹਜੇ ऑफिशियल ਕੋਈ ਅਨਾਉਂਸਮੈਂਟ ਨਹੀਂ ਆਈ ਹੈ, ਲੇਕਿਨ ਉਮੀਦ ਹੈ ਕਿ ਪਰਮਾਤਮਾ ਚੰਗਾ ਕਰੇਗਾ। ਚੰਗਾ ਲੱਗਦਾ ਕਿ ਬਹੁਤ ਸਾਰੇ ਕੰਮ ਜਿਹੜੇ ਹੈਗੇ ਨੇ ਉਹ ਤੁਹਾਨੂੰ ਬਤੌਰ ਮੰਤਰੀ ਕਰਨੇ ਪੈਣਗੇ। 3 ਮਹੀਨਿਆਂ ਦਾ ਸਮਾਂ ਹੈਗਾ, ਬਹੁਤ ਪ੍ਰੈਸ਼ਰ ਵੀ ਰਹੇਗਾ। 3 ਮਹੀਨੇ ਐਸੇ ਕੰਮ ਕਰਨੇ ਪੈਣਗੇ ਜਿਵੇਂ 3 ਸਾਲਾਂ ਦੇ ਵਿੱਚ ਕੰਮ ਕਰਨਾ ਉਹ 3 ਮਹੀਨਿਆਂ 'ਚ ਨਿਬੇੜਨਾ ਪੈਣਾ ਤੁਹਾਨੂੰ। ਯਾ ਵੈਰੀ ਚੈਲੰਜਿੰਗ ਜੌਬ ਹੋਊਗੀ, ਲੇਕਿਨ ਵਾਹਿਗੁਰੂ ਕਿਰਪਾ ਤੇ ਬਲ ਦੇਵੇ। ਬੇਸ਼ੱਕ 3 ਦਿਨਾਂ ਦਾ ਕੰਮ 1 ਦਿਨ 'ਚ ਕਰੀਏ, ਬਟ ਮੈਨੂੰ ਲੱਗਦਾ ਸੱਚੇ ਪਾਤਸ਼ਾਹ ਬਲ ਦੇਵੇ ਤੇ ਨਵੀਂ એનર્ਜੀ ਦੇ ਨਾਲ ਲੱਗਾਂਗੇ, ਨਵੀਂ ਸੋਚ ਦੇ ਨਾਲ ਲੱਗਾਂਗੇ ਔਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਜੋ ਪੰਜਾਬੀਆਂ ਦੀਆਂ ਉਮੀਦਾਂ ਸਨ ਕਾਂਗਰਸ ਪਾਰਟੀ ਤੋਂ ਉਹ तमाम ਪੂਰੀਆਂ ਕਰਾਂਗੇ। ਬੜੇ ਮਸਲੇ ਹੈਗੇ ਨੇ ਪੰਜਾਬ ਦੇ ਵਿੱਚ, ਤੁਹਾਡੇ ਕਿਹੜੇ 3-4 ਮਸਲੇ ਹੋਣਗੇ ਜਿਨ੍ਹਾਂ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਅਤੀ ਜ਼ਰੂਰੀ ਹੈ? ਮੇਰਾ ਜਿਹੜਾ ਪਰਸਨਲੀ ਮਸਲਾ ਹੋਊਗਾ ਉਹ ਤਾਂ ਮੈਂ ਮਹਿਕਮਾ ਮਿਲਣ ਤੋਂ, ਅਗਰ ਮੈਂ ਮੰਤਰੀ ਬਣ ਜਾਣਾ ਹੈ ਜਾਂ ਮੈਨੂੰ ਮਹਿਕਮਾ ਕੋਈ ਦਿੱਤਾ ਜਾਂਦਾ, ਫਿਰ ਮੈਂ ਦੱਸੂਗਾ ਕਿ ਇਸ ਮਹਿਕਮੇ 'ਚ ਪਹਿਲੇ ਮੇਰੇ ਕਿਹੜੇ ਕੰਮ ਹੋਣਗੇ।
ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਐਂਡ ਉਹ ਸਭ ਦੇ ਇਕੱਠਿਆਂ ਦੇ ਮੁੱਦੇ ਨੇ, ਜਿਵੇਂ ਕਿ ਜੋ ਕਿਹਾ ਗਿਆ ਕਿ ਮਾਫੀਆ ਰਾਜ ਖਤਮ ਕਰਨਾ, ਸਾਡਾ ਇਹ ਟੀਚਾ ਹੋਏਗਾ ਕਿ ਕਿਸੇ ਪ੍ਰਕਾਰ ਦਾ ਕੋਈ ਮਾਫੀਆ ਪੰਜਾਬ 'ਚ ਨਾ ਹੋਵੇ। ਚੰਨੀ ਸਾਹਿਬ ਨੇ ਬੰਦਿਆਂ ਸਾਰੇ ਗੱਲ ਕਹੀ ਕਿ ਰੇਤ ਮਾਫ, ਮੀਟਰ ਬਿਜਲੀ ਦਾ ਨਹੀਂ ਕੱਟਿਆ ਜਾਏਗਾ, ਉਹਨਾਂ ਨੇ ਕਿਹਾ ਪਾਣੀ ਦਾ ਬਿੱਲ ਕਿਸੇ ਨੂੰ ਗਰੀਬਾਂ ਨੂੰ ਨਹੀਂ ਲੱਗੇਗਾ। ਸੋ ਬੜੇ ਵੱਡੇ ਫੈਸਲੇ ਉਹਨਾਂ ਨੇ ਕਿਹਾ ਕਿ ਮਾਫੀਆ ਜਿਹਦਾ ਮਾਫੀਆ ਨਾਲ ਤਾਲੁਕਾਤ ਹੈ ਉਹ ਵਿਅਕਤੀ ਮੈਨੂੰ ਨਾ ਮਿਲੇ ਐਂਡ ਇਹ ਤਿੰਨਾਂ ਉਹਨਾਂ ਨੇ ਕਿਹਾ ਕਿ ਰੇਤ ਮੁਫਤ ਕਰ ਦੂੰਗਾ। ਇਹ ਪੰਜਾਬ ਦਾ ਮੁੱਦਾ ਨਹੀਂ ਹੈ, ਰੇਤ ਹਿੰਦੁਸਤਾਨ ਦਾ ਮੁੱਦਾ ਹੈ, ਹਰ ਥਾਂ ਤੇ ਮਾਈਨਿੰਗ ਦਾ ਰੌਲਾ ਹੈ। ਲੇਕਿਨ ਅਗਰ ਪੰਜਾਬ 'ਚੋਂ ਰੇਤ ਮੁਫਤ ਕਰ ਦਿੱਤਾ ਗਿਆ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ ਉਮੀਦ ਕਰਨਗੇ ਕਿ ਬਹੁਤ ਵੱਡੇ ਫੈਸਲੇ ਚੰਨੀ ਸਾਹਿਬ ਨੇ ਤੇ ਸਿੱਧੂ ਸਾਹਿਬ ਨੇ ਕਰ ਦਿੱਤੇ ਹੈ। ਜੇ ਕੋਈ ਰਹਿ ਵੀ ਜਾਣਗੇ ਤਾਂ ਉਹ ਸਾਨੂੰ ਦੁਬਾਰਾ ਮੌਕਾ ਦੇਣਗੇ, ਅਸੀਂ ਫਿਰ ਕਰਾਂਗੇ। ਤਿੰਨ ਚਾਰ ਮਸਲੇ ਤਾਂ ਬਹੁਤ ਇੰਪੋਰਟੈਂਟ ਮਸਲੇ ਹੈਗੇ ਨੇ, ਬੇਅਦਬੀਆਂ ਦਾ ਮਸਲਾ, ਨਸ਼ੇ ਦਾ ਮਸਲਾ, ਬਿਜਲੀ ਸਮਝੌਤਿਆਂ ਦਾ ਮਸਲਾ। ਇਹ ਤਾਂ ਮਸਲੇ ਹੱਲ ਕੀਤੇ ਬਿਨਾਂ ਸਰਕਾਰ ਦੀ ਗੱਲ ਨਹੀਂ ਬਣਨੀ। ਕਿਤੇ ਨਾ ਕਿਤੇ ਇਹਨਾਂ ਮਸਲਿਆਂ ਨੂੰ ਲੈ ਕੇ ਸਰਕਾਰ ਦਬਾਅ 'ਚ ਵੀ ਹੈਗੀ ਆ, ਹੱਲ ਹੋਣ। ਸਰਕਾਰ ਦੀ ਗੱਲ ਬਣਨੀ ਹੈ ਕਿ ਨਹੀਂ ਬਣਨੀ ਇਹ ਜਨਤਾ ਦੱਸੇਗੀ। ਜਨਤਾ ਤਾਂ ਮੰਗ ਕਰ ਰਹੀ ਨਾ ਜਨਤਾ ਨੇ 5 ਦਿਨਾਂ 'ਚ ਦੱਸਤਾ ਕਿ ਦੁਬਾਰੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਜੋ ਅੰਡਰ ਕਰੰਟ ਮੈਂ ਪਿੰਡਾਂ 'ਚ ਵੇਖਣ ਨੂੰ ਮਿਲਿਆ, ਜਿੰਨੇ ਵਿਅਕਤੀ ਖੜੇ ਮੈਂ ਕਿਸੇ ਨੂੰ ਨਹੀਂ ਸੱਦਿਆ, ਇਹਨਾਂ ਦਾ ਪਿਆਰ ਔਰ ਇਹਨਾਂ ਨੂੰ ਨਵੀਂ ਉਮੀਦ ਜਾਗੀ ਹੈ ਕਿ ਹੁਣ ਆਮ ਵਿਅਕਤੀ ਦੀ ਗੱਲ ਹੋਏਗੀ ਤੇ ਪੰਜਾਬੀਆਂ ਦੀ ਗੱਲ ਹੋਊਗੀ ਤੇ ਪੰਜਾਬ ਦੇ ਲੋਕਾਂ ਦੀ ਗੱਲ ਹੋਊਗੀ। ਉਹਨਾਂ ਨੂੰ ਉਮੀਦ ਹੈ, ਜਦੋਂ ਉਮੀਦ ਜਾਗ ਲੱਗ ਪਏ ਨਾ ਤੇ ਫਿਰ ਸਾਰੇ ਮਸਲੇ ਬ੍ਰਦਰ ਹੱਲ ਹੋ ਜਾਂਦੇ। ਬੜੇ ਸਾਰੇ ਐਸੇ ਮੰਤਰੀ ਵੀ ਨੇ, ਮੈਂ ਨਾਮ ਨਹੀਂ ਲੈਣਾ, ਤੁਹਾਡਾ ਵਿਰੋਧ ਵੀ ਬਹੁਤ ਹੋਇਆ। ਹਾਲਾਂਕਿ ਵਿਰੋਧ ਦੇ ਬਾਵਜੂਦ ਤੁਹਾਡਾ ਨੰਬਰ ਵੀ ਲੱਗ ਗਿਆ ਕੈਬਨਿਟ ਦੇ ਵਿੱਚ। ਤੁਸੀਂ ਕਹਿ ਵੀ ਰਹੇ ਸੀ 4.5 ਸਾਲ ਤੋਂ ਮੈਂ ਤਾਂ ਇੰਤਜ਼ਾਰ ਕਰ ਰਿਹਾ ਸੀ ਕਿ ਮੈਂ ਮੰਤਰੀ ਬਣਾ, ਹੁਣ ਮੰਤਰੀ ਬਣ ਚੁੱਕੇ ਫਾਈਨਲੀ ਵਿਰੋਧ ਦੇ ਬਾਵਜੂਦ। ਵਿਰੋਧ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈ, ਅੰਦਰੂਨੀ ਵੀ ਹੈ, ਵੈਸੇ ਵੀ ਹੈ, ਵਿਰੋਧੀ ਵੀ ਕਰਦੇ ਹੈ। ਕਈ ਵਾਰੀ ਤੁਹਾਡੇ ਤੇ ਕਈ ਇਲਜ਼ਾਮਤ ਲਾ ਕੇ ਕਰ ਦਿੰਦੇ ਹੈ, ਲੇਕਿਨ ਤੁਹਾਨੂੰ ਆਪਦੇ ਦਿਲ 'ਚ ਪਤਾ ਹੋਣਾ ਚਾਹੀਦਾ ਕਿ ਸੱਚ ਕੀ ਹੈ। ਇਲਜ਼ਾਮਤ ਲੱਗਦੇ ਰਹਿੰਦੇ ਹੈ, ਵਿਰੋਧ ਲੋਕ ਕਰਦੇ ਰਹਿੰਦੇ ਹੈ, ਤੇ ਜਿਹੜਾ ਬੰਦਾ ਹੁੰਦਾ ਉਹ ਸਿੱਧਾ ਨਿਸ਼ਾਨਾ ਲੈ ਕੇ ਆਪਦਾ ਸਿੱਧਾ ਘੋੜੇ ਵਾਂਗ ਤੁਰਿਆ ਜਾਂਦਾ। ਸੁਖਬੀਰ ਬਾਦਲ ਤੁਹਾਡੇ ਵਿਰੋਧੀ ਆ, ਤੁਸੀਂ ਵਿਰੋਧੀਆਂ ਦੀ ਗੱਲ ਕੀਤੀ। ਉਹ ਕਹਿੰਦੇ ਵੈਂਡੇਟਾ ਕਰ ਰਹੀ ਆ ਪੁਲਿਸ, ਜੇ ਚੱਕ ਕੇ ਅੰਦਰ ਦੇਣਾ ਤਾਂ ਅਸੀਂ ਤਾਂ ਤਿਆਰ ਬੈਠੇ ਆ, ਸਾਨੂੰ ਅੰਦਰ ਦੇ ਦਿਓ। ਕਹਿੰਦੇ ਵੈਂਡੇਟਾ ਹੀ ਕਰਨਾ, ਸਾਨੂੰ ਪਤਾ ਤੁਹਾਡਾ ਟਾਰਗੇਟ ਹੀ ਹੈ। ਯਾਰ ਕਿਉਂ ਭਾਈ ਸੁਖਬੀਰ ਸਿੰਘ ਬਾਦਲ ਸਿਆ ਕਿਉਂ ਬੈਠਾ ਡਰੀ ਜਾਂਦਾ ਯਾਰ? ਕਿਹਨੇ ਤੈਨੂੰ ਅੰਦਰ ਦਿੱਤਾ ਹੈ? 4.5 ਸਾਲ ਤੱਕ ਕਿਸੇ ਨੇ ਦਿੱਤਾ ਨਹੀਂ। ਸਾਡੇ ਰਾਜ 'ਚ ਅਫਸਰਾਂ ਦੀਆਂ ਲਿਸਟਾਂ ਤੂੰ ਬਣਾ ਰਿਹਾ, ਸਾਡੇ ਰਾਜ 'ਚ ਪੁਲਿਸ ਮਗਰ ਲਾਉਣ ਦੀ ਗੱਲ ਤੂੰ ਕਰ ਰਿਹਾ, ਆਈਜੀ ਨੂੰ ਤੱਕ ਦੇ ਲੋਕਾਂ ਨੂੰ ਤੂੰ ਦਬਕੇ ਮਾਰ ਰਿਹਾ, ਜਿਹੜਾ ਐਸਐਸਪੀ ਉਹਨੂੰ ਦਬਕੇ ਮਾਰ ਰਿਹਾ, ਮੰਤਰੀ ਨੂੰ ਤੇਰੇ ਜਿਹੜੇ ਬੰਦੇ ਗੁੰਡੇ ਛੱਡੇ ਆ ਉਹ ਮੰਤਰੀਆਂ ਨੂੰ ਦਬਕੇ ਮਾਰ ਰਹੇ, ਐਮਐਲਏ ਨੂੰ ਦਬਕੇ ਮਾਰ ਰਹੇ। ਮੈਨੂੰ ਇਹ ਦੱਸੋ ਇੱਕ ਬੰਦਾ ਗਿਣਾ ਦਿਓ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਅਕਾਲੀ ਦਲ ਵਾਲੇ ਕਿਸੇ ਨੂੰ ਦਬਕਾ ਮਾਰਿਆ ਹੋਵੇ। ਅੱਜ ਕਾਂਗਰਸ ਦੇ ਰਾਜ ਦੇ ਵਿੱਚ ਰੋਜ਼ਾਨਾ ਸੁਖਬੀਰ ਬਾਦਲ ਕਹਿੰਦਾ ਮੇਰੀ ਲਾਲ ਡਾਇਰੀ ਹੈ, ਮੈਂ ਇਹਨੂੰ ਵੇਖ ਲੂੰਗਾ, ਮੈਂ ਇਹਨੂੰ ਭਜਾਊਂਗਾ, ਇਹ ਆਮ ਸ਼ਬਦ ਹੈ। ਸੋ ਬਿਲਕੁਲ ਬਈ ਉੱਪਰ ਪਿਆ ਹੀ ਨਾ ਡਰੀ ਜਾਵੇ। ਅਸੀਂ ਬਿਲਕੁਲ ਕਿਸੇ ਨਾਲ ਕੋਈ ਜ਼ਾਸਤੀ ਨਹੀਂ ਕਰਨੀ, ਬੇਸ਼ੱਕ ਉਹ ਸੁਖਬੀਰ ਬਾਦਲ ਹੈ, ਬੇਸ਼ੱਕ ਕੋਈ ਹੈ, ਲੇਕਿਨ ਹਾਂ ਕਾਨੂੰਨ ਦੇ ਵਿੱਚ ਜਿਹੜੀਆਂ ਕੋਈ ਉਹਨਾਂ ਨੇ ਗਲਤ ਕੰਮ ਅਗਰ ਕਿਸੇ ਨੇ ਵੀ ਕੀਤਾ, ਮੈਂ ਚਾਹੇ ਕੋਈ ਵਿਅਕਤੀ ਹੈ, ਉਹਨੂੰ ਉਹਦਾ ਖਮਿਆਜਾ ਭੁਗਤਣਾ ਪੈ ਸਕਦਾ। ਟਾਈਮ ਬੋਰਡ ਕਰਦੇ ਹੋ, ਟਾਈਮ ਬੌਂਡ ਇਸ ਚੀਜ਼ ਨੂੰ ਕਿ ਇਸੇ ਜਿਹੜਾ ਤੁਹਾਡੀ ਸਰਕਾਰ ਦੇ ਇਸੇ ਟਰਮ ਦੇ ਵਿੱਚ 3 ਮਹੀਨਿਆਂ ਦੇ ਵਿੱਚ ਉਹ ਮਸਲੇ ਹੱਲ ਹੋ ਜਾਣ। ਮੈਨੂੰ ਟਾਈਮ ਬੌਂਡ ਦਾ ਤਾਂ ਪਤਾ ਨਹੀਂ, ਪਰ ਮੈਨੂੰ ਲੱਗਦਾ ਕਿ ਵੱਡੇ ਮਸਲੇ ਅਸੀਂ ਹੱਲ ਕਰ ਲਾਂਗੇ। ਇਹ ਨੇ ਰਾਜਾ ਵੜਿੰਗ, ਤੁਸੀਂ ਤਸਵੀਰਾਂ ਦੇਖੋ, ਇਹ ਤਸਵੀਰਾਂ ਘਰੇ ਟੈਂਟ ਲੱਗਣੇ ਸ਼ੁਰੂ ਹੋ ਚੁੱਕੇ ਨੇ, ਸਮਰਥਕ ਲਗਾਤਾਰ ਪਹੁੰਚ ਰਹੇ ਨੇ। ਤਮਾਮ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਇਹ ਰਾਜਾ ਵੜਿੰਗ ਦੇ ਘਰ ਤੋਂ ਦੇਖਣ ਨੂੰ ਮਿਲ ਰਹੀਆਂ ਨੇ। ਲਗਾਤਾਰ ਜਿਹੜੇ ਬਹੁਤ ਸਾਰੇ ਵਿਧਾਇਕ ਆ ਉਹ ਇੱਥੇ ਪਹੁੰਚੇ ਹੋਏ ਨੇ। ਸਰਗਰਮ ਰਾਜਨੀਤੀ ਪੰਜਾਬ ਦੇ ਵਿੱਚ ਹੈਗੀ ਆ, ਸਰਗਰਮੀਆਂ ਤੁਸੀਂ ਦੇਖ ਹੀ ਸਕਦੇ ਹੋ, ਤਸਵੀਰਾਂ ਬਿਆਨ ਕਰਦੀਆਂ ਕਿ ਸਰਗਰਮੀਆਂ ਕਿੰਨੀਆਂ ਜ਼ਿਆਦਾ ਹੋ ਚੁੱਕੀਆਂ ਨੇ। ਤਾਂ ਮੈਂ ਇੱਕ ਵਾਰ ਤਮਾਮ ਜਿਹੜੀ ਤਸਵੀਰਾਂ ਦਿਖਾ ਦੇਣਾ ਅਤੇ ਇਸ ਖਬਰ ਤੇ ਅਸੀਂ ਪੂਰਾ ਦਿਨ ਅਸੀਂ ਜੁੜੇ ਰਵਾਂਗੇ, ਤੁਹਾਨੂੰ ਦੱਸਦੇ ਰਵਾਂਗੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਿਹੜੀ ਅੱਗੇ ਪੋਲਿਟਿਕਸ ਹੋ ਰਹੀ ਹੈ, ਕਿਸ ਤਰੀਕੇ ਨਾਲ ਅੱਗੇ ਮੰਤਰੀ ਕਿਹੜੇ ਸਹੁੰ ਚੁੱਕਦੇ ਨੇ। ਹਾਲਾਂਕਿ ਲਿਸਟ ਤੁਹਾਨੂੰ ਪਹਿਲੇ ਹੀ ਦੇ ਦਿੱਤੀ ਗਈ ਆ, ਲਿਸਟ ਪਹਿਲੇ ਹੀ ਸਾਫ਼ ਹੈ। ਇਹ ਸਾਡੇ ਸੂਤਰਾਂ ਦੇ ਮੁਤਾਬਿਕ ਜਿਹੜੀ ਲਿਸਟ ਸੀਗੀ ਉਹ ਪਹਿਲੇ ਆ ਚੁੱਕੀ ਆ। ਲਿਸਟ ਤੇ ਫਾਈਨਲ ਮੋਹਰ ਲੱਗਣਾ ਬਾਕੀ ਹੈਗਾ। ਉਹ ਤਮਾਮ ਜਿਹੜੀਆਂ ਇਸ ਰਾਜਨੀਤਿਕ ਜਿਹੜੀਆਂ ਹਲਚਲਾਂ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ।
ਸ਼੍ਰੀ ਅਕਾਲ।